ਅੱਜ ਬਸੰਤ ਹੈ ਤੇ ਬਸੰਤ ਖੇੜਿਆਂ ਦੀ ਰੁੱਤ ਦਾ ਆਗਾਜ਼ ਹੈ। ਇਹ ਮਨ ਦੇ ਮੌਸਮਾਂ ਦਾ ਮੌਲਣਾ ਹੈ। ਬਿਲਕੁਲ। ਤੇ ਇਹ ਪੀਲਿਆਂ ਫੁੱਲਾਂ ਦੇ ਨਾਲ ਮਨ ਦੀ ਖੁਸ਼ਹਾਲੀ ਦਾ ਜ਼ਿਕਰ ਹੈ। ਲੇਕਿਨ ਜਦੋਂ ਤੁਸੀਂ ਇਕਲਾਪਾ ਹੰਡਾਉਂਦੇ ਹੋ, ਅੱਧੇ ਜੀ ਬਾਰਡਰਸ ਤੇ ਬੈਠੇ ਹੋਣ, ਕਾਹਦੀਆਂ ਰੁੱਤਾਂ, ਕਾਹਦੇ ਖੇੜੇ? ਜਦੋਂ ਮਨ ਹੀ ਨਹੀਂ ਮੋਲ ਰਿਹਾ, ਕੁਦਰਤ ਤੇ ਮੋਲ ਰਹੀ ਆ ਜੀ, ਮਨ ਨਹੀਂ ਮੋਲ ਰਿਹਾ ਜੀ। ਮਨ ਅਜੇ ਵੀ ਕਿਤੇ ਨਾ ਕਿਤੇ ਬੇਚੈਨ ਹੈ ਕਿ ਕਾਸ਼ ਅਸੀਂ ਵੀ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਹੁੰਦੇ ਜੀ। ਇਹ ਤਿਉਹਾਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਜੋੜ ਕੇ ਦੇਖਿਆ ਜਾਂਦਾ, ਉਹਨਾਂ ਦੀ ਆਮਦ ਜਿਹੜੀ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਵਿਖੇ ਜੀ, ਅੱਜ ਉੱਥੇ ਵੀ ਤਿਉਹਾਰ ਹੈ, ਰੁੱਤ ਹੈ, ਇਕੱਠ ਹੈ, ਸਭ ਕੁਝ ਹੋਏਗਾ। ਲੇਕਿਨ ਜਿਹੜੇ ਅੱਜ ਉੱਥੇ ਰਹਿ ਕੇ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋਣਗੇ, ਉਹਨਾਂ ਦੀ ਮਾਨਸਿਕਤਾ ਦੇਖਣ ਵਾਲੀ ਬਣੇਗੀ। ਖੇਤ ਔਰ ਕਿਸਾਨ ਦਾ ਰਿਸ਼ਤਾ ਔਰ ਖੇਤ ਔਰ ਉਹਦੇ ਸਿੰਜਣ ਵਾਲਿਆਂ ਦਾ ਰਿਸ਼ਤਾ ਸਭ ਤੋਂ ਅਹਿਮ ਹੁੰਦਾ ਹੈ। ਲੇਕਿਨ ਕਿਸਾਨ ਦੀ ਅਣਹੋਂਦ ਚ ਫੁੱਲਾਂ ਦਾ ਖਿੜਨਾ ਉਵੇਂ ਹੀ ਆ ਜਿਵੇਂ ਕਿਸੇ ਮਹਿਰਮ ਦਾ ਆਪਣੇ ਮਾਹੀ ਤੋਂ ਦੂਰ ਹੋ। ਬਿਲਕੁਲ ਬਿਲਕੁਲ। ਅੱਜ ਹਕੂਮਤਾਂ ਕਾਸ਼ ਸਮਝ ਸਕਦੀਆਂ ਕਿ ਪੀੜ੍ਹੀਆਂ ਦੇ ਰਿਸ਼ਤੇ ਕਿੱਦਾਂ ਫਲਦੇ ਤੇ ਕਿੱਦਾਂ ਅੱਗੇ ਵਧਦੇ। ਬਿਲਕੁਲ ਸਹੀ ਗੱਲ। ਅੱਜ ਲੋਕ ਵਿਰਾਸਤ ਤੋਂ ਭਵਿੱਖ ਨੂੰ ਦੋਨਾਂ ਦੇ ਨਾਲ ਜੋੜਨ ਚ ਪੁਲ ਦਾ ਕੰਮ ਕਰ ਰਿਹਾ। ਅੰਦੋਲਨ ਨਹੀਂ, ਇੱਕ ਪੂਰੀ ਕਵਾਇਦ ਆ, ਇੱਕ ਪੀੜ੍ਹੀਆਂ ਦੇ ਵਿੱਚ ਆਈ ਜ਼ਿੰਮੇਵਾਰੀ ਨਿਭਾਉਣ ਦਾ ਮਸਲਾ ਹੈ। ਕਿਤੇ ਸਾਡੀ ਅਗਲੀ ਕੋਈ ਨਸਲ ਇਹ ਨਾ ਕਵੇ ਕਿ ਸਾਡੇ ਪੁਰਖੇ ਗਲਤੀ ਕਰ ਗਏ। ਲੇਕਿਨ ਇਸ ਰੁੱਤੇ ਜਦੋਂ ਰੁੱਤਾਂ ਦਾ ਜ਼ਿਕਰ ਆਊਗਾ ਤੇ ਇਹ ਤਕਲੀਫ ਦੀ ਰੁੱਤ ਹੋਊਗੀ, ਇਹ ਰੁੱਤ ਹੋਊਗੀ ਦਰਦਾਂ ਦੀ, ਦੁੱਖਾਂ ਦੀ, ਇਹ ਹੋਊਗੀ ਪਰਚਿਆਂ ਦੀ ਰੁੱਤ, ਇਹ ਰੁੱਤ ਹੋਊਗੀ ਹਾਕਮ ਦੀ ਜਿੱਦ ਦੀ ਰੁੱਤ ਤੇ ਕਿਸਾਨਾਂ ਦੇ ਵੱਡੇ ਵਿਸ਼ਾਲ ਹਿਰਦੇ ਦੀ, ਜਿਹੜੇ ਉਹ ਡਿਸਪਲਿਨ ਲਾ ਕੇ ਬੈਠੇ ਆ, ਪਾਬੰਦੀਆਂ ਚ ਬੈਠੇ ਆ, ਸੀਮਤ ਸਾਧਨਾਂ ਚ ਬੈਠੇ ਆ। ਅੱਜ ਅਸੀਂ ਜਦੋਂ ਆਸਥਾ ਦੀ ਗੱਲ ਕਰਦੇ ਆ, ਵਿਸ਼ਵਾਸ ਦੀ ਗੱਲ ਕਰਦੇ ਆ, ਉੱਥੋਂ ਹੀ ਸਾਰਾ ਕੁਝ ਨਿਕਲ ਕੇ ਅੱਗੇ ਆਉਂਦਾ ਹੈ। ਜੇਕਰ ਬਾਈਬਲ ਕਲਾਂ ਦਾ ਜ਼ਿਕਰ ਕਰੀਏ ਤੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਐਸਾ ਮੋੜ ਹੈ, ਉਹ ਮੋੜ ਜਿਸ ਮੋੜ ਨੇ ਪੂਰੀ ਰਾਜਨੀਤੀ ਬਦਲੀ, ਇੱਥੋਂ ਦਾ ਸਿਆਸੀ ਦ੍ਰਿਸ਼ ਬਦਲਿਆ, ਸਰਕਾਰਾਂ ਬਦਲੀਆਂ, ਲੇਕਿਨ ਜੇ ਕੁਝ ਨਹੀਂ ਬਦਲਿਆ ਤੇ ਉਹ ਅਜੇ ਤੱਕ ਇਨਸਾਫ ਦੀ ਲੰਬੀ ਹੁੰਦੀ ਲੜਾਈ। ਇਨਸਾਫ ਕਿੰਨੇ ਸਾਲ, 2015 ਤੋਂ ਹੁਣ ਤੱਕ ਆਉਂਦਿਆਂ 6ਵੇਂ ਸਾਲ ਦੇ ਵਿੱਚ ਅਜੇ ਵੀ ਬਹੁਤ ਵੱਡ ਆਕਾਰੀ ਚਿਹਰੇ ਜਿਹੜੇ ਆ ਕੋਈ ਨਾ ਕੋਈ ਜੁਗਾੜ ਕਰਕੇ ਵਿੱਚੋਂ ਦੀ ਨਿਕਲਣ ਦੇ ਆਸ। ਸਵਾਲ ਇਹ ਪੈਦਾ ਹੋ ਗਿਆ ਹੁਣ, ਜਿਹੜਾ ਚਿੰਤਾ ਦਾ ਵਿਸ਼ਾ ਉਹ ਇਹ ਆ ਕਿ ਇਨਸਾਫ ਇੱਕ ਕੌਮ ਨੂੰ ਮਿਲਣਾ ਜੀ ਜਾਂ ਕਿਸੇ ਇੱਕ ਜਾਂ ਦੋ ਸ਼ਖਸਾਂ ਨੂੰ ਮਿਲਣਾ ਬਸ ਜੀ। ਇਹ ਮਤਲਬ ਜਿਹੜੀ ਲੜਾਈ ਆ ਉਹ ਕੌਮ ਵਰਸਸ ਇੱਕ ਜਾਂ ਦੋ ਸ਼ਖਸ ਹੋ ਗਏ ਆ ਜੀ। ਉਹਨਾਂ ਦੀ ਆਪਣੀ ਨਿੱਜਤਾ ਜਿਹੜੀ ਆ, ਉਹ ਕਹਿੰਦੇ ਕਿ ਸਾਨੂੰ ਨਿੱਜੀ ਤੌਰ ਦੇ ਉੱਤੇ ਸਾਡਾ ਕੋਈ ਦੋਸ਼ ਨਹੀਂ ਹੈ, ਸਾਨੂੰ ਘਸੀਟਿਆ ਜਾ ਰਿਹਾ। ਮੈਂ ਨੋਟ ਕਰਾ ਦਿਆਂ ਕਿ ਬਾਈਬਲ ਕਲਾਂ ਗੋਲੀ ਕਾਂਡ ਮਾਮਲੇ ਦੇ ਵਿੱਚ ਜਿਹਦੇ ਚ 2 ਸਿੱਖ ਨੌਜਵਾਨ ਸ਼ਹੀਦ ਹੋ ਗਏ, ਉਹ ਲੋਕ ਜਿਹੜੇ ਗੁਰੂ ਦੀ ਬੇਹੁਰਮਤੀ, ਬੇਅਦਬੀ ਦਾ ਇਨਸਾਫ ਮੰਗਦੇ, ਸਵੇਰੇ ਸਵੇਰੇ ਨਿਤਨੇਮ ਕਰਦੇ ਜੀ। ਹੁਕੂਮਤ ਕ੍ਰਿਸ਼ਨ ਭਗਵਾਨ ਸਿੰਘ ਸਰਾਵਾ, ਕ੍ਰਿਸ਼ਨ ਭਗਵਾਨ ਸਿੰਘ ਨਿਆਮੀਆਂ ਤੇ ਗੁਰਜੀਤ ਸਿੰਘ ਸਰਾਵਾ, ਔਰ ਜਿਹੜੇ ਲੋਕ ਸ਼ਾਂਤਮਈ ਬੈਠੇ ਸੀ, ਜਦੋਂ ਹੁਣ ਸਰਕਾਰ ਨੇ ਐਫੀਡੇਵਿਟ ਦੇ ਕੇ ਅਦਾਲਤ ਜਿਹੜੀ ਫਰੀਦਕੋਟ ਦੀ ਸੈਸ਼ਨਸ ਅਦਾਲਤ ਆ ਉਹਦੇ ਚ ਕਹਿ ਦਿੱਤਾ ਕਿ ਲੋਕ ਸ਼ਾਂਤਮਈ ਸੀ, ਕੋਈ ਭੜਕਾਟ ਨਹੀਂ ਸੀ, ਗੋਲੀ ਚਲਾਉਣ ਦਾ ਕੋਈ ਕਾਰਨ ਨਹੀਂ ਸੀ। ਹੁਣ ਵੇਖਣਾ ਇਹ ਆ ਕਿ ਬੰਦੇ ਦੇ ਵਿਸ਼ਵਾਸ, ਉਹਦੀ ਆਸਥਾ, ਉਹਦਾ ਧਰਮ, ਉਹਦੀ ਰੋਟੀ ਤੋਂ ਬਾਅਦ ਸ਼ਾਇਦ ਦੂਜਾ ਸਭ ਤੋਂ ਪ੍ਰਥਮ ਕਾਰਜ ਆ। ਜੇ ਅਸੀਂ ਡਰਦੇ ਆ, ਸਾਡੇ ਅੰਦਰ ਕੋਈ ਭੈ ਭਾਵ ਨਹੀਂ ਆ, ਉਹ ਸ਼ਾਇਦ ਡਿਸਪਲਿਨ ਧਰਮ ਦਾ ਹੈ। ਅਸੀਂ ਅਕਸਰ ਕਹਿ ਦਿੰਦੇ ਧਰਮ ਨਾ ਇੰਜ ਨਹੀਂ ਸੀ, ਅਸੀਂ ਅਕਸਰ ਸੋਹਾਂ ਖਾਣ ਲੱਗੇ ਧਰਮ ਸਾਹਮਣੇ ਲੈ ਆਉਂਦੇ ਆ। ਇਹਦਾ ਮਤਲਬ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਵਿਸ਼ਵਾਸ ਸਭ ਤੋਂ ਉੱਤਮ ਨੇ, ਲੇਕਿਨ ਜਦੋਂ ਵਿਸ਼ਵਾਸ ਤਿੜਕਦੇ ਆ, ਜਦੋਂ ਤੁਹਾਡੇ ਇਸ਼ਟ ਹੀ ਪੂਰੀ ਤਰ੍ਹਾਂ ਸੁਰੱਖਿਅਤ ਨਾ ਹੋਣ, ਉਸ ਸਮਾਜ ਨੂੰ ਤੁਸੀਂ ਅੰਕਣ ਲੱਗਿਆ, ਮੁਲਾਂਕਣ ਕਰਨ ਲੱਗਿਆ, ਕਿਹੜੀ ਗ੍ਰੇਡਿੰਗ ਕਰੋਗੇ? ਸਵਾਲ ਇਹ ਆ ਕਿ ਬਾਈਬਲ ਕਲਾਂ ਗੋਲੀकांड ਦੇ ਮਾਮਲੇ 'ਚ 2 ਵੱਡੇ ਨਾਂ, ਜਿਨ੍ਹਾਂ ਦੇ ਵਿੱਚ SIT ਵੱਲੋਂ ਸੁਮੇਧ ਸੈਣੀ ਸਾਬਕਾ DGP ਔਰ ਦੂਜੇ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਕਿ ਤਤਕਾਲੀ ਕਮਿਸ਼ਨਰ ਸੀ, ਸ਼ਾਇਦ IG ਸੀ, ਉਹਨਾਂ ਵੱਲੋਂ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਸੀ ਫਰੀਦਕੋਟ ਸੈਸ਼ਨਸ ਨੇ ਰੱਦ ਕਰਤੀ ਸੀ। ਉਸ ਤੋਂ ਬਾਅਦ ਅੱਜ ਪਰਮਰਾਜ ਸਿੰਘ ਉਮਰਾ ਨੰਗਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਦੇ ਵਿੱਚ ਸੁਣਵਾਈ ਲਈ ਲੱਗੀ ਆ। ਹੁਣ ਸਵਾਲ ਇਹ ਆ ਕਿ ਜੇਕਰ ਜੋ ਬੇਅਦਬੀ ਘਟਨਾਕ੍ਰਮ ਹੋਇਆ, ਜੋ ਆਸਥਾ ਨਾਲ ਖਿਲਵਾੜ ਹੋਇਆ, ਉਹਦਾ ਇਨਸਾਫ ਮਿਲਣ ਤੋਂ ਪਹਿਲਾਂ ਇਹ ਤੇ ਪਤਾ ਲੱਗਣਾ ਚਾਹੀਦਾ ਕਿ ਆਖਰ ਦੋਸ਼ੀ ਕੌਣ ਸੀ। ਦੋਸ਼ੀ ਜਿਨ੍ਹਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਲੱਭ ਕੇ ਦੇਣਾ ਸੀ,
ਪੁਲਿਸ ਵਰਸਸ ਪੁਲਿਸ ਪਹਿਲੀ ਵਾਰੀ ਕੇਸ ਨੇ, ਔਰ ਇਹ ਮੇਰੇ ਖਿਆਲ ਸ਼ਾਬਾਸ਼ ਦੇਣੀ ਬਣਦੀ ਉਸ ਟੀਮ ਨੂੰ ਜਿਹੜੀ ਇਹਦੀ ਇਸ ਵੇਲੇ ਇਨਵੈਸਟੀਗੇਸ਼ਨ ਕਰ ਰਹੀ ਹੈ, ਇਸ ਕੇਸ ਨੂੰ ਅੱਗੇ ਵਧਾ ਰਹੀ ਹੈ। ਇਹ ਬਹੁਤ ਔਖੇ ਸੀ ਇੱਕ ਪੜਾਅ ਤੋਂ ਦੂਜੇ ਪੜਾਅ ਤੱਕ ਲੜੀਆਂ ਤੇ ਕੜੀਆਂ ਨੂੰ ਜੋੜਨਾ, ਲੇਕਿਨ ਅੱਜ ਇਹ ਸੁਣਵਾਈ ਇਹ ਵੀ ਫੈਸਲਾ ਕਰੂਗੀ ਕਿ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਪੇਸ਼ਗੀ ਜ਼ਮਾਨਤ ਮਿਲਦੀ ਆ, ਅਗਾਊਂ ਜ਼ਮਾਨਤ ਮਿਲਦੀ ਹੈ ਕਿ ਨਹੀਂ। ਕਿਉਂਕਿ ਜੇਕਰ ਇਸ ਸਾਰੇ ਵਰਤਾਰੇ ਨੂੰ ਸਮਝਣਾ ਹੈ ਤਾਂ ਇਹ ਜ਼ਰੂਰ ਸਮਝਣਾ ਪਊਗਾ ਕਿ ਘਟਨਾ ਮੌਕੇ ਕੌਣ ਸੀ, ਕਿਹਦੇ ਹੁਕਮਾਂ ਨਾਲ ਗੋਲੀ ਚੱਲਦੀ ਆ, ਉਹਦੀ ਜ਼ਰੂਰਤ ਸੀ ਕਿ ਨਹੀਂ ਸੀ, ਕਿਹੜੇ ਤਾਕਤਵਰ ਲੋਕ ਸਨ ਜਿਨ੍ਹਾਂ ਦਾ ਹੁਕਮ ਚੱਲਦਾ ਸੀ। ਜੀ, ਕਿਸੇ ਸਿਪਾਹੀ ਦਾ ਹੁਕਮ ਤੇ ਨਹੀਂ ਚੱਲਿਆ ਹੋਏਗਾ, ਹੁਕਮ ਤੇ ਉੱਤੋਂ ਹੀ ਆਇਆ ਹੋਏਗਾ, ਥੱਲੇ ਤੇ ਉਹਦੀ ਪਾਲਣਾ ਹੋਈ ਹੋਏਗੀ। ਬਿਲਕੁਲ। ਹੁਣ ਫਰਕ ਸਿਰਫ ਇੰਨਾ ਹੀ ਰਹਿ ਗਿਆ ਕਿ ਜਦੋਂ ਆਮ ਇੱਕ ਸਧਾਰਨ ਬੰਦਾ ਅਗਰ ਉਹਦੇ ਨਾਲ ਕੋਈ ਐਸਾ ਵਰਤਾਰਾ ਹੁੰਦਾ ਤੇ ਉਹ ਕਿੱਥੇ ਹੁੰਦਾ ਜੀ, ਕੀ ਉਹ ਅਜੇ ਤੱਕ ਹਾਈ ਕੋਰਟ ਪਹੁੰਚ ਚੁੱਕਾ ਹੁੰਦਾ, ਕੀ ਉਹਦੇ ਲਈ ਜਿਹੜੀਆਂ ਥਾਣਿਆਂ ਦੀਆਂ ਸਲਾਖਾਂ ਨੇ ਉਹ ਇਸੇ ਤਰ੍ਹਾਂ ਖੁੱਲੀਆਂ ਰਹਿੰਦੀਆਂ? ਨਹੀਂ ਸਰਦਾਰ ਜੀ, ਦੇਖੋ ਹਾਈ ਕੋਰਟ, ਸੁਪਰੀਮ ਕੋਰਟ, ਇਹ ਸਾਰੇ ਬਦਲ ਹਰੇਕ ਲਈ ਖੁੱਲੇ ਆ, ਲੇਕਿਨ ਸਵਾਲ ਇਹ ਹੈ ਕਿ ਜਦੋਂ ਇਹ ਹੁਣ ਅਸੀਂ ਕਿਸੇ ਦੀ ਨੀਅਤ ਤੇ ਸ਼ੱਕ ਨਹੀਂ ਕਰ ਸਕਦੇ ਕਿ ਐਸਆਈਟੀ ਨੇ ਕੰਮ ਕਿਸ ਪੱਧਰ ਤੇ ਕੀਤਾ ਹੈ, ਕਿ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਦੀ ਹਿਰਾਸਤ ਜ਼ਰੂਰੀ ਸੀ ਪੁੱਛਗਿੱਛ ਲਈ ਤੇ ਉਹ ਇੱਕ ਆਮ ਬੰਦੇ ਤੇ ਇੱਕ ਵੀਆਈਪੀ ਜਾਂ ਵੀਵੀਆਈਪੀ ਜਾਂ ਇੱਕ ਵੱਡੇ ਅਧਿਕਾਰੀ 'ਚ ਫਰਕ ਕਿਉਂ? ਜੇਕਰ ਜ਼ਰੂਰਤ ਸੀ ਇਨ ਟਾਈਮ ਇਹ ਲੋਕ ਜਿਹੜੇ ਆ ਆਪ ਪੁੱਛਗਿੱਛ ਵਿੱਚ ਸ਼ਾਮਲ ਕਿਉਂ ਨਹੀਂ ਹੋਏ, ਇਹਨਾਂ ਸਹਿਯੋਗ ਕਿਉਂ ਨਹੀਂ ਕੀਤਾ? ਇਹ ਕਿਉਂ ਕਹਿ ਰਹੇ ਸਾਨੂੰ ਫਸਾਇਆ ਗਿਆ? ਜਦੋਂ ਜੇਕਰ ਤੁਸੀਂ ਸੱਚੇ ਹੋ, ਹਰ ਜਿਹੜੀ ਵੀ ਮਤਲਬ ਜਾਂਚ ਟੀਮ ਨੇ ਲੜੀ ਜੋੜੀ ਹੈ, ਜਿਹੜੇ ਵੀ ਤੱਥ ਨੇ, ਜਾਂ ਤੁਸੀਂ ਉਹਨਾਂ ਨੂੰ ਨਕਾਰੋ ਜਾਂ ਤੁਸੀਂ ਸਵੀਕਾਰੋ, ਜੋ ਵੀ ਹੈ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ, ਤੁਸੀਂ ਜਾਂਚ ਵਿੱਚ ਸ਼ਾਮਲ ਹੋਵੋ। ਜਾਂਚ 'ਚ ਸ਼ਾਮਲ ਹੋ ਕੇ ਇਹ ਉਹੀ ਇਸ਼ਟ ਹੈ ਜਿਸ ਇਸ਼ਟ ਲਈ ਤੁਸੀਂ ਵੀ ਮੱਥਾ ਰਗੜਦੇ ਹੋ, ਤੁਸੀਂ ਵੀ ਨਤਮਸਤਕ ਹੁੰਦੇ ਹੋ, ਤੁਸੀਂ ਵੀ ਹਰ ਮੌਕੇ ਦੇ ਉੱਤੇ ਉਹ ਪਾਠ ਵੀ ਕਰਵਾਉਂਦੇ ਹੋ ਤੇ ਗੁਰੂ ਦਾ ਵੋਟ ਆਸਰਾ ਵੀ ਲੈਂਦੇ ਹੋ। ਸਰਦਾਰ ਪਰਮਰਾਜ ਸਿੰਘ ਉਮਰਾ ਨੰਗਲ ਪਿਛਲੇ ਦਿਨਾਂ ਦੇ ਵਿੱਚ ਇੱਕ ਬੜਾ ਰੌਲਾ ਪਿਆ ਸੀ ਕਿ ਉਹ ਦਰਬਾਰ ਸਾਹਿਬ ਕਣਕ ਭੇਟ ਕਰਨ ਆਏ ਸੀ, ਤੁਹਾਨੂੰ ਯਾਦ ਹੈ? ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਦੋਂ ਤੁਸੀਂ ਆਸਥਾ ਲਈ ਉਹੀ ਇਸ਼ਟ ਸਭ ਤੋਂ ਪ੍ਰਮੁੱਖ ਮੰਨਦੇ ਹੋ, ਫਿਰ ਤੁਹਾਨੂੰ ਉਹਦੇ 'ਚ ਸਹਿਯੋਗ ਕਰਨਾ ਚਾਹੀਦਾ। ਜੇ ਕਿਧਰੇ ਕੁਝ ਗਲਤ ਹੋਇਆ ਤੁਹਾਨੂੰ ਉਜਾਗਰ ਕਰਨਾ ਚਾਹੀਦਾ। ਜੇ ਤੁਸੀਂ ਉਦੋਂ ਪ੍ਰਭਾਵਸ਼ਾਲੀ ਸੀ ਫਿਰ ਤੁਹਾਨੂੰ ਘਟਨਾਕ੍ਰਮ ਦੀ ਜਾਣਕਾਰੀ ਹੋਣੀ ਚਾਹੀਦੀ ਆ। ਸੋ ਸਵਾਲ ਇਹ ਆ ਕਿ ਅੱਜ ਦੀ ਜਿਹੜੀ ਸੁਣਵਾਈ ਆ ਹਾਈ ਕੋਰਟ ਦੇ ਵਿੱਚ, ਉਹ ਬਹੁਤ ਕੁਝ ਅਹਿਮ ਫੈਸਲੇ ਹੋਣਗੇ। ਜੇ ਜ਼ਮਾਨਤ ਮਿਲਦੀ ਹੈ, ਜੇਕਰ ਜ਼ਮਾਨਤ ਰੱਦ ਹੁੰਦੀ ਹੈ, ਜੇ ਅਰਜੀ ਪ੍ਰਵਾਨ ਨਹੀਂ ਹੁੰਦੀ ਅਗਾਊਂ ਜ਼ਮਾਨਤ ਦੀ, ਇਸ ਤੋਂ ਬਾਅਦ ਅਗਲੀ ਦਿਸ਼ਾ ਫਾਈਨਲ ਹੋਊਗੀ। ਦੇਖਣਾ ਹੋਊਗਾ ਕਿ ਐਸਆਈਟੀ ਆਪਣਾ ਕੇਸ ਕਿਵੇਂ ਪੇਸ਼ ਕਰਦੀ ਆ, ਮਾਣਯੋਗ ਉੱਚ ਅਦਾਲਤ ਨੂੰ ਕਿਵੇਂ ਲੈਂਦੀ ਆ, ਇਹਨਾਂ ਦੀ ਕਿੰਨੀ ਕੁ ਜ਼ਰੂਰਤ ਹੈ ਇਹ ਦੇਖਣਾ ਹੋਊਗਾ। ਲੇਕਿਨ ਇਹ ਅਤ ਅਹਿਮ ਪੰਜਾਬ ਦੇ ਸਿਆਸੀ ਗਲਿਆਰਿਆਂ ਲਈ, ਪੰਜਾਬ ਦੇ ਸਿੱਖ ਮਾਨਸਿਕਤਾ ਲਈ, ਹਰ ਕਰਮ ਪ੍ਰਧਾਨ ਜਿਹੜਾ ਮਨੁੱਖ ਹੈਗਾ ਉਹਦੇ ਲਈ, ਕਿ ਆਖਰ ਕਿਸੇ ਦੇ ਵੀ ਧਰਮ ਨੂੰ ਚੋਟ ਨਾ ਪਹੁੰਚਾਈ ਜਾਵੇ। ਲੇਕਿਨ ਇਸ ਤੋਂ ਅੱਗੇ ਸਰਦਾਰ ਸਾਹਿਬ ਮੈਂ ਤੁਰੂੰਗਾ, ਜਿਹੜੀ ਕਿਸਾਨਾਂ ਨਾਲ ਸੰਬੰਧਿਤ ਇੱਕ ਬਹੁਤ ਵੱਡੀ ਖਬਰ ਹੈ ਜੀ। ਉਹ ਖਬਰ ਇੱਕ ਤਾਂ ਅੱਜ ਸਰ ਛੋਟੂ ਰਾਮ ਨਾਲ ਸੰਬੰਧਿਤ ਜਿਹੜਾ ਉੱਥੇ ਦਿਨ ਤਿਉਹਾਰ ਮਨਾ ਰਹੇ ਆ, ਕਿਸਾਨਾਂ ਨੇ ਬਸੰਤ ਨਾਲੋਂ ਉਹ ਛੋਟੂ ਰਾਮ ਨੂੰ ਤਰਜੀਹ ਦਿੱਤੀ ਹੈ ਕਿ ਸਾਡੇ ਲਈ ਅਤੀਤ ਵਿੱਚ ਲੜਨ ਵਾਲੇ ਸਾਡੇ ਲਈ ਜ਼ਿਆਦਾ ਅਹਿਮ ਜੀ। ਨਹੀਂ, ਐਸੇ ਜਿਹੜੇ ਹੀਰੋ ਨੇ, ਐਸੇ ਜਿਹੜੇ ਨਾਇਕ ਨੇ, ਉਹਨਾਂ ਨੂੰ ਯਾਦ ਕਰਨਾ ਬਣਦਾ ਵੀ ਹੈ ਜੀ। ਉਹਨਾਂ ਦੀ ਕੀਤੀ ਘਾਲਣਾ ਨੂੰ ਨਤਮਸਤਕ ਹੋਣਾ ਬਣਦਾ ਹੈ ਜੀ, ਮਾਨਤਾ ਦੇਣੀ ਬਣਦੀ ਹੈ। ਲੇਕਿਨ ਜਿਹੜੀ ਗੱਲ ਅਸਲ ਦੇ ਵਿੱਚ ਸਾਹਮਣੇ ਆ ਰਹੀ ਹੈ ਜੀ ਕਿ ਜਿਹੜੀ ਕਿਸਾਨ ਏਕਤਾ, ਜਿਹੜਾ ਕਿਸਾਨ ਸੰਘਰਸ਼ ਕਿਸੇ ਇੱਕ ਜੁੱਟਤਾ ਦੇ ਉੱਤੇ ਖੜਾ ਸੀ, ਉਹਦੇ ਚ ਕਿਤੇ ਨਾ ਕਿਤੇ ਤਰੇੜਾਂ ਜੀਆਂ ਨਹੀਂ ਆ ਰਹੀਆਂ। ਨਹੀਂ, ਉਹ ਮੈਂ ਉੱਥੇ ਹੁੰਦਾ, ਉਹ ਤੁਹਾਡੀ ਰਾਏ ਮੈਂ ਲੈਣੀ ਹੈ। ਲੇਕਿਨ ਜਿਹੜੀ ਸਭ ਤੋਂ ਅਹਿਮ ਖਬਰ ਆ ਨਾ, ਜਿਹੜੀ ਮੈਨੂੰ ਉਤਸ਼ਾਹਿਤ ਕਰਦੀ ਹੈ, ਕਿਉਂਕਿ ਅਸੀਂ ਹਮੇਸ਼ਾ ਸਿਸਟਮ ਤਬਦੀਲ ਕਰਨ ਲਈ ਰੌਲਾ ਪਾਉਂਦੇ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਕੁਝ ਬਦਲੇ, ਮਨੁੱਖ ਦੇ ਭਾਗ ਬਦਲ। ਜੇ ਉਹਨੂੰ ਕੁਦਰਤ ਨੇ ਇੰਨਾ ਜ਼ਰਖੇਜ਼ ਖਿੱਤਾ ਦਿੱਤਾ ਹੈ ਤੇ ਕੁਦਰਤ ਜਿਹੜੀ ਆ ਉਹ ਇਹ ਵੀ ਫੈਸਲੇ ਕਰੇ ਕਿ ਵਿਵਸਥਾ ਨੂੰ ਬਿਹਤਰ ਕਰਨ ਵਾਲੇ ਸ਼ਾਸਕ ਵੀ ਮਿਲ ਜਾਣ। ਜਦੋਂ ਕਿਸਾਨ ਜਥੇਬੰਦੀਆਂ ਮਹਾਪੰਚਾਇਤ ਹਰਿਆਣੇ ਦੀਆਂ ਵੇਖਦੀਆਂ, ਉਹ ਯੂਪੀ ਚ ਵੇਖਦੀਆਂ ਨੇ, ਰਾਜਸਥਾਨ ਚ ਵੇਖਦੀਆਂ, ਤੇ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਉਹ ਵੀ ਖੇੜਾ ਮੌਲਣ ਲੱਗਦਾ। ਬਿਲਕੁਲ, ਜਗਰਾਉਂ ਦੀ ਮਹਾਪੰਚਾਇਤ ਜਿਹੜੀ ਆ ਉਹ ਇੱਕ ਸੰਕੇਤ ਦਿੱਤਾ ਤੇ ਕਿਤੇ ਨਾ ਕਿਤੇ ਕਿਸਾਨ ਜਿਹੜੇ ਆ ਵਾਕਈ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਨੇ ਜੀ ਜੀ, ਕਿਸਾਨੀ ਦਾ ਦਰਦ ਪਾਲਣ ਵਾਲੇ ਹੈ ਨੇ। ਇੱਕ ਚੀਜ਼ ਜਿਹੜੀ ਬਹੁਤ ਅਨਾਉਂਸਮੈਂਟ ਅਜੇ ਚੁੱਪ ਚ ਬੀਤੇ ਹੋਈ ਹੈ, ਦੇਖੋ, ਇੱਕ ਤਾਂ ਜਗਰਾਉਂ ਚ ਹੋ ਗਈ,
ਉਸ ਤੋਂ ਬਾਅਦ ਬਰਨਾਲੇ ਦੇ ਵਿੱਚ ਸੱਦਾ ਆ ਗਿਆ, ਉਗਰਾਹਾਂ ਗਰੁੱਪ ਦੀ। ਲੇਕਿਨ ਤੀਜਾ ਸੱਦਾ ਮਾਝੇ ਦੀ ਧਰਤੀ ਦੇ ਉੱਤੇ ਜਿਹੜੀ ਕਿਸਾਨ ਸੰਘਰਸ਼ ਕਮੇਟੀ, ਜਿੱਤੇ ਕਈ ਐਲੀਗੇਸ਼ਨ ਵੀ 26 ਵਾਲੇ ਨਾਲ ਸੰਬੰਧਿਤ ਰਹੇ, ਉਹਨਾਂ ਨੇ ਤਰਨਤਾਰਨ ਚ ਮਹਾ ਰੈਲੀ ਦਾ ਐਲਾਨ ਕਰਤਾ। ਹੁਣ ਵੇਖਣਾ ਤਾਂ ਇਹ ਆ ਕਿ ਜਦੋਂ ਧਿਰਾਂ ਲੜਦੀਆਂ ਨੇ, ਜਦੋਂ ਵੱਖ-ਵੱਖ ਧਿਰਾਂ ਲੜਦੀਆਂ, ਵਿਚਾਰਧਾਰਕ ਬਖਰੇਵੇਂ ਜਾਇਜ਼ ਨੇ, ਲੇਕਿਨ ਜਦੋਂ ਲੜਦੀਆਂ ਇੱਕ ਸਾਂਝੇ ਕਾਜ ਲਈ ਹੈ, ਫਿਰ ਉਹ ਲੋਕ ਸਮਰਥਨ ਜਟਾਉਣ ਲਈ ਵੱਖ-ਵੱਖ ਖਿੱਤਿਆਂ ਦੇ ਵਿੱਚ ਸਮਾਨਾਂਤਰ ਰੈਲੀਆਂ ਕਰਦੀਆਂ, ਫਿਰ ਲੋਕਾਂ ਦਾ ਸਮਰਥਨ ਹਜੂਮ ਦੇ ਰੂਪ ਦੇ ਵਿੱਚ, ਭੀੜ ਦੇ ਰੂਪ ਦੇ ਵਿੱਚ ਔਰ ਇਕੱਠ ਦੇ ਰੂਪ ਵਿੱਚ ਸਾਹਮਣੇ ਆਉਂਦਾ। ਮੌਜੂਦਾ ਤੇ ਆਉਣ ਵਾਲੇ ਸ਼ਾਸਕ ਜਿਹੜੇ ਪੱਟਾਂ ਤੇ ਥਾਪੀਆਂ ਮਾਰਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਗੱਲ ਇਹ ਨਹੀਂ ਕਿ 50-50 ਹਜ਼ਾਰ ਦੇ ਇਕੱਠ ਉਹੀ ਕਰ ਸਕਦੇ ਆ। ਹੁਣ ਉਹ ਲੋਕ ਜਿਨ੍ਹਾਂ ਦਾ ਕੋਈ ਸੰਗਠਨ ਨਹੀਂ, ਕੋਈ ਸਮੁੱਚਾ ਢਾਂਚਾ ਨਹੀਂ, ਜਿਨ੍ਹਾਂ ਕੋਲ ਸਾਧਨਾਂ ਦੀ ਕਮੀ ਆ, ਉਹ ਆਪਣੇ ਜਿਹੜੇ ਸੰਦ ਨੇ, ਉਹ ਭਾਵੇਂ ਟਰੈਕਟਰ ਹੋਣ ਤੇ ਭਾਵੇਂ ਮੋਟਰਸਾਈਕਲ ਹੋਣ, ਉਹ ਫਿਰ ਆ ਹੀ ਜਾਂਦੇ ਆ। ਫਿਰ ਉਹ ਸਰਕਾਰੀ ਬੱਸਾਂ ਤੇ ਵੀ ਮੋਢੇ ਤੇ ਪਰਨਾ ਸੁੱਟ ਕੇ ਆ ਜਾਂਦੇ ਆ। ਸਰਦਾਰ ਸਾਹਿਬ, ਇਹ ਬੜਾ ਵੱਡਾ ਸੰਕੇਤ ਹੈ ਕਿ ਕੱਲੇ ਬਾਰਡਰਸ ਤੇ ਬੈਠੇ ਹੀ ਮੁੱਕਦੇ ਨਹੀਂ। ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਪਿੱਛੇ ਵੀ ਜੀਂਦੇ ਆ, ਸਾਡੇ ਸਾਥੀ ਦੂਜੀ, ਤੀਜੀ, ਚੌਥੀ ਕਤਾਰ ਦੀ ਲੀਡਰਸ਼ਿਪ ਅਜੇ ਸਾਹ ਲੈਂਦੀ ਆ, ਔਰ ਉਹ ਕਿਸੇ ਨੂੰ ਵੀ ਵੰਗਾਰਨ ਦੇ ਸਮਰੱਥ ਆ। ਸਮਰਥਨ ਪਿੱਛੋਂ ਹੀ ਜਾਣਾ ਹੈ। ਇਹ ਜੇ ਘੋਲ ਲੰਬਾ ਚੱਲਦਾ ਹੈ, ਇਹਦੇ ਵਿੱਚ ਆਵਾਜਾਈ ਲੱਗੀ ਰਹਿਣੀ ਆ। ਲੋਕਾਂ ਦੇ ਸਮਰਥਨ ਬਿਨਾਂ ਕੋਈ ਵੀ ਘੋਲ ਅੱਗੇ ਨਹੀਂ ਵੱਧਦਾ। ਲੇਕਿਨ ਮੈਨੂੰ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਇਹ ਰੈਲੀਆਂ ਦਾ, ਇਹ ਮਹਾਂ ਰੈਲੀਆਂ ਦਾ, ਮਹਾਂ ਪੰਚਾਇਤਾਂ ਦਾ ਇੱਕ ਸਿਲਸਿਲਾ ਬਣਨ ਲੱਗਿਆ, ਇਹ ਥੋੜਾ ਜਿਹਾ ਉਤਸ਼ਾਹਤ ਕਰਦਾ ਹੈ। ਭਾਵੇਂ ਇਹਦੇ ਚ ਸਰਮਾਇਆ ਲੱਗੂਗਾ, ਸਮਾਂ ਲੱਗੂਗਾ, ਲੋਕਾਂ ਦੇ ਸਾਧਨ ਲੱਗਣਗੇ, ਲੇਕਿਨ ਫਿਰ ਵੀ ਕੁੱਲ ਮਿਲਾ ਕੇ ਸਿਆਸੀ ਰੈਲੀਆਂ ਵੇਖ ਕੇ ਅੱਕੇ ਪਏ ਲੋਕਾਂ ਨੂੰ ਇੱਕ ਸਕੂਨ ਮਿਲੂਗਾ, ਇੱਕ ਮਨ ਦਾ ਮੌਸਮ ਬਦਲੂਗਾ। ਲੇਕਿਨ ਸਵਾਲ ਤੇ ਇਹ ਹੈ ਕਿ ਜਦੋਂ ਸਾਰਾ ਪੰਜਾਬ ਜਿਹੜਾ ਉਹ ਪਹਿਲਾਂ ਹੀ ਸਿੰਘੂ ਬਾਰਡਰ ਤੇ ਬੈਠਾ, ਟਿਕਰੀ ਬੈਠਾ, ਕੁੰਡਲੀ ਬੈਠਾ, ਗਾਜੀਪੁਰ ਬੈਠਾ ਜੀ, ਔਰ ਅੱਜ ਜਿਹੜੀ ਖਬਰ ਆ ਰਹੀ ਸੀ ਕਿ ਜਿਹੜੇ ਉੱਤਰਾਖੰਡ ਦੇ ਜਿਹੜੇ ਕਿਸਾਨ ਨੇ, ਸਿੱਖ ਭਰਾ ਨੇ, ਉਹ ਵੀ ਗਾਜੀਪੁਰ ਦੇ ਵੱਲ ਵੀਰਾਂ ਘੱਤ ਕੇ ਤੁਰੀ ਫਿਰਦੇ ਨੇ ਜੀ। ਲੇਕਿਨ ਜਦੋਂ ਸਾਰੀ ਤਾਕਤ ਤੁਹਾਡੀ ਉੱਥੇ ਕੇਂਦਰਿਤ ਹੋਈ ਪਈ ਆ ਜੀ, ਹੁਣ ਤੁਸੀਂ ਕਿਹਨੂੰ ਜਾਗਰੂਕ ਕਰਨਾ ਚਾਹੁੰਦੇ ਹੋ ਜੀ? ਉਹ ਕਿਹੜੇ ਲੋਕ ਬਾਕੀ ਬਚੇ ਨੇ ਜਿਹੜੇ ਕਿ ਪਹਿਲਾਂ ਤੁਹਾਡੇ ਨਾਲ ਅਸਹਿਮਤ ਸਨ, ਜੇ ਹੁਣ ਤੁਸੀਂ ਸਹਿਮਤੀ ਲੈਣੀ ਚਾਹੁੰਦੇ ਹੋ ਉਹਨਾਂ ਦੀ? ਜੀ ਜੀ, ਕਿਤੇ ਨਾ ਕਿਤੇ ਇਹਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਕਿ ਵੱਖ-ਵੱਖ ਗਰੁੱਪ ਵੱਖ-ਵੱਖ ਜਗ੍ਹਾ ਤੇ ਮਹਾਂ ਰੈਲੀਆਂ ਕਿਉਂ ਕਰ ਰਹੇ ਆ ਜੀ? ਕਿਉਂ ਤੁਸੀਂ ਇੱਕ ਹੀ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜੀ? ਜਗਰਾਉਂ ਦੀ ਰੈਲੀ ਹੁਣ ਲੀਕਾਂ ਤੇ ਇੱਥੋਂ ਖਿੱਚੀਆਂ ਜਾਣੀਆਂ। ਆਉਣ ਵਾਲੇ ਸਮੇਂ 'ਚ ਜਿਹੜੇ ਚਿੰਤਕ ਨੇ ਉਹਨਾਂ ਨੇ ਵੇਖਣਾ ਕਿ ਜਗਰਾਉਂ ਦੀ ਰੈਲੀ ਵੱਡੀ ਸੀ ਜੀ, ਬਰਨਾਲੇ ਦੀ ਵੱਡੀ ਹੁੰਦੀ ਆ ਜਾਂ ਤਰਨਤਾਰਨ ਵਾਲਿਆਂ ਦੀ। ਬਿਲਕੁਲ ਠੀਕ ਹੈ। ਲੇਕਿਨ ਇਹਨਾਂ ਦੇ ਮਗਰ ਜਿਹੜੀ ਇੱਕ ਹੋਰ ਜਿਹੜੀ ਨੁਕਤਾ ਜਿਹੜਾ ਵੇਖਿਆ ਜਾ ਰਿਹਾ, ਤੁਹਾਨੂੰ ਅੱਜ ਦੀ ਖਬਰ ਪੜ੍ਹਾਈਏ ਕਿ ਜਿਹੜੇ ਰਕੇਸ਼ ਟਕੈਤ ਨੇ ਉਹ ਗਾਜ਼ੀਪੁਰ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਨੇ। ਇਹ ਕਰਮ ਪਹਿਲਾਂ ਸਿੰਘੂ ਬਾਰਡਰ ਦੇ ਉੱਤੇ ਕੁਝ ਨੌਜਵਾਨਾਂ ਨੇ ਸ਼ੁਰੂ ਕੀਤਾ ਸੀ ਕਿ ਜਿਹੜੇ ਇਲਾਕੇ ਦੇ ਨਾਲ ਜੁੜੇ ਲੋਕ ਸਨ, ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਸ਼ੁਰੂ ਕੀਤਾ। ਲੇਕਿਨ ਇੱਕ ਉੱਥੇ ਸਮੱਸਿਆ ਵੀ ਆਈ ਹੈ। ਹਾਂ, ਦੇਖੋ, ਜਦੋਂ ਤੁਸੀਂ ਗਾਜ਼ੀਪੁਰ ਬਾਰਡਰ ਦੇ ਉੱਤੇ ਇਹ ਦੇਖ ਰਹੇ ਹੋ ਕਿ ਰਕੇਸ਼ ਟਕੈਤ ਕਿਸ ਤਰੀਕੇ ਨਾਲ ਸਾਰਾ ਚਲਾ ਰਹੇ ਆ, ਉਦੋਂ ਉਹਨਾਂ ਤੇ ਜਿਹੜੇ ਅਟੈਕ ਹੋ ਰਹੇ ਆ, ਇਹ ਅਟੈਕ ਕਿ ਇਹਨਾਂ ਕੋਲ ਪ੍ਰਾਪਰਟੀ ਬਹੁਤ ਹੈ, ਇਹ ਅਟੈਕ ਕਿ ਉੱਥੇ ਜਿਹੜੇ ਸਾਧਨ ਸੀ ਉਹ ਸੀਮਤ ਕਰਤੇ ਗਏ ਉੱਥੇ ਕਿਉਂਕਿ ਔਰਤਾਂ ਜਿੱਥੇ ਵੀ ਹੋਣਗੀਆਂ ਉੱਥੇ ਸੁਰੱਖਿਆ ਬੜੀ ਜ਼ਰੂਰੀ ਹੈ। ਬਿਜਲੀ ਦਾ ਪ੍ਰਬੰਧ ਹੈ ਨਹੀਂ, ਜਿਹੜੀਆਂ ਟਾਇਲਟਸ ਉਹਨਾਂ ਦਾ ਪ੍ਰਬੰਧ ਹੈ ਨਹੀਂ। ਔਰਤਾਂ ਲਈ, ਵੈਸੇ ਤਾਂ ਸਾਰਿਆਂ ਲਈ ਹੈ ਕਿ ਤੁਸੀਂ ਜਿੱਥੇ ਵੀ ਹੋ, ਤੁਹਾਨੂੰ ਇਹ ਮੁੱਢਲੀਆਂ ਸਹੂਲਤਾਂ ਬਹੁਤ ਜ਼ਰੂਰੀ ਹੁੰਦੀਆਂ। ਸੋ ਐਸੇ ਹਾਲਾਤ ਦੇ ਵਿੱਚ ਉੱਥੇ ਔਰਤਾਂ ਦਾ ਜਿਹੜਾ ਆਵਾਜਾਈ ਹੈ ਉਹ ਥੋੜੀ ਜਿਹੀ ਪ੍ਰਭਾਵਿਤ ਹੋਈ। ਗਵਰਨਮੈਂਟ ਤੇ ਜਿਹੜੇ ਟੈਕਟਸ ਹੁੰਦੇ ਆ ਉਹ ਅਸਰ ਕਰ ਰਹੇ ਆ, ਇਹੀ ਦੂਜੇ ਬਾਰਡਰਸ ਦੇ ਉੱਤੇ ਆ। ਹਾਲਾਂਕਿ ਜਿਹੜੇ ਖਾਸ ਤੌਰ ਤੇ ਸਿੰਘੂ ਤੇ ਪ੍ਰਬੰਧ ਹੈ, ਸੰਸਥਾਵਾਂ ਦੇ ਪ੍ਰਬੰਧ ਹੈ, ਸਵੈ ਸੇਵੀ ਸੰਸਥਾਵਾਂ ਨੇ, ਉਹਨਾਂ ਨੇ ਬਹੁਤ ਜ਼ੋਰਦਾਰ ਕੀਤੇ ਆ। ਫਿਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਲੋਕਾਂ ਦੇ ਜਿਹੜੇ ਮੁੱਢਲੇ ਅਧਿਕਾਰ ਜਾਂ ਮੁੱਢਲੀਆਂ ਲੋੜਾਂ, ਉਹਨਾਂ ਤੇ ਗਵਰਨਮੈਂਟਸ ਨੂੰ ਧਿਆਨ ਦੇਣਾ ਹੁੰਦਾ। ਭਾਵੇਂ ਉਹ ਅੰਦੋਲਨਤ ਲੋਕ ਨੇ, ਭਾਵੇਂ ਉਹ ਸਰਕਾਰ ਦੇ ਵਿਰੁੱਧ ਖੜੇ ਨੇ, ਪਰ ਫਿਰ ਵੀ ਉਹਨਾਂ ਦੀ ਜਾਨ ਮਾਲ, ਉਹਨਾਂ ਦੇ ਬੁਨਿਆਦੀ ਅਧਿਕਾਰ ਗਵਰਨਮੈਂਟ ਦੀ ਜ਼ਿੰਮੇਵਾਰੀ ਆ। ਜਿਹੜੀ ਗਵਰਨਮੈਂਟ ਨੂੰ ਉਹ ਟੈਕਸ ਦਿੰਦੇ ਆ, ਕਿਉਂਕਿ ਜਿਹੜਾ ਸੰਵਿਧਾਨ ਤੁਹਾਨੂੰ ਹੱਕ ਦਿੰਦਾ ਅੰਦੋਲਨ ਕਰਨ ਦਾ, ਉਹ ਤੁਹਾਨੂੰ ਗਵਰਨਮੈਂਟ ਦੇ ਨਜ਼ਰੀਓਂ ਇਹ ਵੀ ਹੱਕ ਦਿੰਦਾ ਕਿ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰੋ। ਲੇਕਿਨ ਤੁਸੀਂ ਉਹਨਾਂ ਨੂੰ ਇੱਕ ਖਾਸ ਖਿੱਤੇ ਦੇ ਵਿੱਚ ਘੇਰ ਲਿਆ, ਤੁਸੀਂ ਉਹਨਾਂ ਨੂੰ ਇੱਕ ਖਾਸ ਖਿੱਤੇ 'ਚ ਘੇਰਾਬੰਦੀ ਕੀਤੀ ਹੋਈ ਹੈ ਬੰਨ ਕੇ ਰੱਖ। ਲੇਕਿਨ ਸਵਾਲ ਤੇ ਆ ਕਿ ਜਦੋਂ ਸਰਕਾਰ ਇਸ ਲਹਿਰ ਨੂੰ ਇੱਕ ਲਹਿਰ ਨਹੀਂ ਮੰਨਦੀ ਜੀ, ਹੱਕੀ ਮੰਗਾਂ ਲਈ ਅੰਦੋਲਨ ਨਹੀਂ ਮੰਨਦੀ ਜੀ, ਉਹ ਤੇ ਕਹਿ ਰਹੀ ਕਿ ਕੁਝ ਲੋਕ ਜਿਹੜੇ ਨੇ ਇਹਨਾਂ ਨੂੰ ਗੁੰਮਰਾਹ ਕਰਕੇ ਇੱਥੇ ਲਾਏ ਜੀ,
ਤੇ ਜਿਹੜੇ ਲੋਕ ਗੁੰਮਰਾਹ ਕਰਕੇ ਲੈ ਆਏ ਨੇ ਉਹਨਾਂ ਦੇ ਖਿਲਾਫ ਇੱਕ FIR ਆ। ਜਦੋਂ ਅਸੀਂ ਕਿਸਾਨ ਆਗੂਆਂ ਦੀ ਗੱਲ ਕੀਤੀ, 18 ਕਿਸਾਨ ਆਗੂ ਇਹ ਜਿਹੜੇ ਟੋਟਲ 30-32 ਯੂਨੀਅਨਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਐਸੇ ਨੇ ਜਿਨ੍ਹਾਂ ਦੇ ਖਿਲਾਫ 26 ਜਨਵਰੀ ਨੂੰ ਸਵਾਈਪੁਰ ਬਾਤਲੀ ਵਿਖੇ ਇੱਕ FIR ਦਰਜ ਹੁੰਦੀ ਹੈ, FIR ਨੰਬਰ 39। ਸਖਤ ਧਾਰਾਵਾਂ 'ਚ FIR ਦੀ ਤੁਸੀਂ ਸ਼ਬਦਾਵਲੀ ਪੜ੍ਹੋ ਤੇ ਉੱਥੇ ਜਿਹੜਾ ਜਾਂਚ ਅਧਿਕਾਰੀ ਆ ਉਹ SHO ਸਵਾਈਪੁਰ ਬਾਦਲੀ ਨੂੰ ਲਿਖਦਾ ਕਿ ਸਰਕਾਰ ਨੇ ਕਿਸਾਨਾਂ ਦੇ ਬਿਹਤਰੀ ਲਈ ਕੁਝ ਕਾਨੂੰਨ ਪਾਸ ਕੀਤੇ ਸਨ ਜੀ, ਜਿਨ੍ਹਾਂ ਨੂੰ 27 ਸਤੰਬਰ 2020 ਨੂੰ ਮਾਨਯੋਗ ਰਾਸ਼ਟਰਪਤੀ ਹੋਰਾਂ ਨੇ ਆਪਣੀ ਸਹੀ ਪਾ ਦਿੱਤੀ ਜੀ। ਸ਼ਬਦਾਵਲੀ ਅੱਗੇ ਕਹਿੰਦੀ ਕਿ ਕੁਝ ਲੋਕਾਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅੱਛਾ, ਕੁਝ ਲੋਕਾਂ, ਇਹ FIR ਦੀ ਇਬਾਰਤ ਹੈ, FIR ਦੀ ਬਾਤ, ਕੁਝ ਲੋਕਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਉੱਥੇ ਆਪਣੇ ਲੋਕਾਂ ਨੂੰ ਗੁੰਮਰਾਹ ਕਰਕੇ ਲੈ ਆਂਦਾ ਜੀ, ਔਰ ਇਹਨਾਂ ਲੋਕਾਂ ਨੇ ਫਿਰ ਜੀ 26 ਜਨਵਰੀ 2021 ਵਾਲੇ ਦਿਨ ਜੀ ਉੱਥੇ ਇੱਕ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਲਿਆ ਜੀ। ਲੇਕਿਨ ਇਹ 18 ਆਗੂ ਜਿਹੜੇ ਨੇ, ਕਿਸਾਨ ਆਗੂ ਜਿਹੜੇ ਨੇ, ਇਹਨਾਂ ਨੇ ਦਿੱਲੀ ਪੁਲਿਸ ਦੇ ਨਾਲ ਬੈਠ ਕੇ ਇੱਕ ਸਮਝੌਤਾ ਕੀਤਾ ਕਿ ਅਸੀਂ ਕਿੰਨੇ ਟਰੈਕਟਰ ਲੈ ਕੇ ਆਵਾਂਗੇ ਜੀ, ਕਿਹੜਾ ਰੂਟ ਜਿਹੜਾ ਹੋਏਗਾ। ਲੇਕਿਨ ਇਸ ਦੇ ਉਲਟ ਜੋ ਘਟਨਾਵਾਂ ਵਾਪਰੀਆਂ ਨੇ ਉਹ ਬਹੁਤ ਹੀ ਗਲਤ ਨੇ ਜੀ। ਪੁਲਿਸ ਦੇ ਉੱਤੇ ਹਮਲਾ ਹੋਇਆ, ਜਾਨ ਤੱਕ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ, ਔਰ ਮਾਫ ਕਰਨਾ ਉਹਨਾਂ 18 ਆਗੂਆਂ ਦੇ ਨਾਂ ਉਸ FIR ਦੇ ਵਿੱਚ ਦਰਜ ਨੇ, ਔਰ ਥੱਲੇ ਅਖੀਰ ਤੇ ਆ ਕਿ ਮੈਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਹਾਂ। ਜਿਹੜਾ ਜਾਂਚ ਅਧਿਕਾਰੀ ਨੇ ਕੋਈ ਅਨਿਲ ਕੁਮਾਰ ਨੇ, ਜਿਹੜੇ ਕਹਿ ਰਹੇ ਨੇ ਕਿ ਮੈਂ ਜਾਂਚ ਕਰ ਰਿਹਾ ਹਾਂ। ਹੁਣ ਇੱਕ ਪਾਸੇ ਤੇ ਤੁਸੀਂ ਇਹ ਮੰਨ ਰਹੇ ਹੋ, ਤੁਹਾਡੀ ਗੱਲਬਾਤ ਚੱਲ ਰਹੀ ਆ ਕਿ ਤੁਹਾਡਾ ਮਸਲਾ ਹੱਲ ਹੋ ਜਾਣਾ, ਦੂਸਰੇ ਪਾਸੇ ਤੁਸੀਂ ਉਹਨਾਂ ਜਿਨ੍ਹਾਂ ਨਾਲ ਗੱਲ ਕਰਦੇ ਹੋ ਉਹਨਾਂ ਨੂੰ ਤੁਸੀਂ ਦੋਸ਼ੀ ਮੰਨ ਕੇ ਤੁਰੇ ਹੋਏ ਹੋ। ਬਿਲਕੁਲ, ਤੁਹਾਡੇ ਸਾਹਮਣੇ ਘਟਨਾਵਾਂ ਨੇ। ਇੱਕ ਟੂਲ ਕਿਟ ਦਾ ਮਸਲਾ ਲੈ ਕੇ ਦਿੱਲੀ ਪੁਲਿਸ ਕਿੱਥੋਂ ਤੱਕ ਜਾਂਦੀ ਹੈ। ਬਿਲਕੁਲ, ਦੀਪ ਸਿੱਧੂ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਕਿਸ ਤਰ੍ਹਾਂ ਭੱਜ ਨੱਠ ਕਰਦੀ ਹੈ। ਬਰਜਿੰਦਰ ਚੌਹਾਨ ਦੀਆਂ 17 ਨੇ ਮੇਰੇ ਸਾਹਮਣੇ ਇੱਕ ਟੁਕੜਾ ਪਿਆ ਸੀ ਪੇਪਰ ਦਾ, ਉਹਦੇ ਵਿੱਚ ਕਿ ਹੌਲੀ ਹੌਲੀ ਜਿਸਮ ਦੇ ਸਭ ਜ਼ਖਮ ਤਾਂ ਭਰ ਜਾਣਗੇ ਪਰ ਨਹੀਂ ਸੌਖੇ ਨਵੇੜੇ ਰੂਹ ਤੇ ਲੱਗੇ ਟੱਕਦੇ। ਜਦੋਂ ਜਦੋਂ ਵੀ ਹਕੂਮਤ ਤੁਹਾਡੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲਦੀ ਹੈ, ਫਿਰ ਉਹ ਵਕਤ ਦੇ ਵੇਗ ਤੇ ਐ ਸਵਾਰ ਹੋ ਕੇ ਤੁਰਦੀ ਹੈ ਜਿਵੇਂ ਉਹ ਸਭ ਉਹਦਾ ਹੈ। ਬਿਲਕੁਲ, ਲੇਕਿਨ ਉਹ ਭੁੱਲ ਜਾਂਦੀ ਹੈ ਕਿ ਜਿਹੜੇ ਵੱਡੇ ਖੰਡਰ ਨੇ ਸਮੇਂ ਦੇ, ਉਹਨਾਂ ਦੇ ਵਿੱਚ ਬਹੁਤ ਲੋਕ ਹਾਕਮ ਦੇ ਰੂਪ ਚ ਦਫਨ ਨੇ। ਬਿਲਕੁਲ, ਸਮਾਂ ਬੜਾ ਬਲਵਾਨ ਹੈ ਤੇ ਬੜੀ ਤੇਜ਼ ਗਤੀ ਨਾਲ ਵਹਿੰਦਾ ਹੈ, ਔਰ ਜੋ ਕੁਝ ਬੀਤੇ ਚ ਹੁੰਦਾ ਰਿਹਾ, ਕਦੇ ਮੁਗਲ ਕਾਲ ਚ ਉਹਨਾਂ ਨੂੰ ਲੱਗਦਾ ਸੀ ਜਦੋਂ ਸਲਤਨਤਾਂ ਜਿਹੜੇ ਗੁਰੂਆਂ ਨੂੰ ਘੇਰਦੀਆਂ ਸੀ, ਸਲਤਨਤਾਂ ਜਦੋਂ ਆਪਣੇ ਵਸ਼ਿੰਦਿਆਂ ਨੂੰ ਉਹ ਸੂਲੀ ਟੰਗਦੀਆਂ ਸੀ, ਉਹ ਕਿੱਥੇ ਗਈਆਂ? ਉਹ ਮਕਬਰੇ ਕਿੱਥੇ ਨੇ ਹੁਣ? ਉਹਨਾਂ ਮਕਬਰਿਆਂ ਦੇ ਵਿੱਚ ਕੌਣ ਹੈ? ਸਵਾਲ ਤਾਂ ਇਹ ਹੈ ਕਿ ਅੱਜ ਜਦੋਂ ਉਹ ਖਲਕਤ, ਜਿਹੜੀ ਖਲਕਤ ਢਿੱਡ ਭਰਦੀ ਹੈ, ਦੇਸ਼ ਨੂੰ ਬਣਾਉਂਦੀ ਹੈ, ਜਿਹਦੇ ਨਾਲ ਸੱਤਾ ਬਦਲਦੀ ਹੈ, ਜਿਹੜੀ ਤੁਹਾਨੂੰ ਸੱਤਾ ਦਿੰਦੀ ਹੈ, ਤੁਸੀਂ ਉਹਦੀਆਂ ਤਕਲੀਫਾਂ ਨੂੰ ਅੱਖੋਂ ਓਲੇ ਕਰਦੇ ਹੋ, ਤੁਸੀਂ ਉਹਨੂੰ ਅੰਦਰ ਬੰਦ ਕਰਨਾ ਚਾਹੁੰਦੇ ਹੋ। ਸਵਾਲ ਤਾਂ ਇਹ ਹੈ ਸਰਦਾਰ ਸਾਹਿਬ ਕਿ ਵਿਕਸਿਤ ਵਿਵਸਥਾਵਾਂ ਜਿਹੜੀਆਂ ਨੇ ਉਹ ਆਪਣੇ ਨਾਗਰਿਕਾਂ ਨੂੰ ਜੇਕਰ ਕੋਈ ਕਿਸ ਖੇਤਰ ਚ ਵੱਡਾ ਕੰਮ ਕਰ ਰਿਹਾ ਉਹਨੂੰ ਪ੍ਰਮੋਟ ਕਰਦੀਆਂ, ਜੇ ਉਹ ਸਰਕਾਰਾਂ ਮੌਜੂਦਾ ਸਰਕਾਰਾਂ ਦੇ ਖਿਲਾਫ ਭੁਗਤਦੀਆਂ ਤਾਂ ਵੀ ਉਹਨਾਂ ਨੂੰ ਉਹ ਹੱਕ ਦਿੰਦੀਆਂ ਨੇ। ਲੋਕ ਵੱਡੇ ਵੱਡੇ ਵਿਸ਼ਾਲ ਬਣ ਗਏ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਗ੍ਰੇਟਾ ਥਨਬਰਗ ਵਰਗੇ ਲੋਕ ਜਿਹੜੇ ਆ, ਜਦੋਂ ਉਹ ਸਵੀਡਿਸ਼ ਪਾਰਲੀਮੈਂਟ ਦੇ ਬਾਹਰ ਧਰਨਾ ਮਾਰਦੇ ਆ, ਉਹਨਾਂ ਨੂੰ ਆਗਿਆ ਸੀ, ਇਜਾਜ਼ਤ ਸੀ। ਜਦੋਂ ਉਹ UN ਦੇ ਵਿੱਚ ਭਾਵੁਕ ਤਕਰੀਰ ਕਰਦੀ ਹੈ ਕੁੜੀ, ਬਹੁਤ 14 ਸਾਲ ਦੀ ਉਮਰ ਸੀ ਉਹਦੀ, ਉਹ ਕਹਿੰਦੀ ਸੀ ਤੁਸੀਂ ਕਿੱਦਾਂ ਹਿੰਮਤ ਕਰ ਸਕਦੇ ਹੋ ਕਿ ਤੁਸੀਂ ਸਾਡੇ ਜਿਹੜੇ ਮੌਸਮ ਖੋਲੋ, ਸਾਡੀਆਂ ਰੁੱਤਾਂ ਖੋਲੋ। ਉਦੋਂ ਉਹਦੇ ਨਾਲ ਪੂਰਾ ਵਿਸ਼ਵ ਤੁਰਦਾ ਹੈ, ਜਦੋਂ ਉਹ ਕਾਰਖਾਨੇਦਾਰਾਂ ਨੂੰ ਔਰ ਜਦੋਂ ਸਰਮਾਏਦਾਰਾਂ ਨੂੰ ਸਿੱਧਾ ਅਟੈਕ ਕਰਦੀ ਹੈ। ਲੇਕਿਨ ਜਦੋਂ ਸਾਡੇ ਇੱਕ ਜਿਹੜੀ ਨਵਦੀਪ ਕੌਰ ਹੈ ਜੀ, ਜਦੋਂ ਉਹ ਜਿਹੜਾ ਤੁਹਾਡਾ ਪ੍ਰਸ਼ਾਸਨ ਹੈ ਜਾਂ ਜਿਹੜਾ ਤੁਹਾਡਾ ਵਰਤਾਰਾ ਆ ਉਹਨੂੰ ਚੁਣੌਤੀ ਦਿੰਦੀ ਹੈ ਤੇ ਉਹਨੂੰ ਕਿੱਥੇ, ਉਹਨੂੰ ਕੀ ਜਗ੍ਹਾ ਮਿਲਦੀ ਹੈ? ਮੈਂ ਤਾਂ ਹੀ ਕਿਹਾ ਕਿ ਉਹ ਲੋਕ ਜਿਹੜੇ ਵਿਕਸਿਤ ਦੇਸ਼ਾਂ ਦੇ ਲੋਕ ਨੇ ਉਹਨਾਂ ਨੂੰ ਪ੍ਰਮੋਟ ਕਰਕੇ ਦੁਨੀਆ ਦੀਆਂ
ਵੱਡੀਆਂ ਹਸਤੀਆਂ 'ਚ ਸ਼ੁਮਾਰ ਕਰਤਾ ਜਾਂਦਾ, ਜੀ ਉਹ ਆਦਰਸ਼ ਬਣ ਜਾਂਦੇ, ਆਈਕਨ ਬਣ ਜਾਂਦੇ। ਜੀ ਸਾਡੇ ਵਾਲੇ ਜੇਲ੍ਹਾਂ 'ਚ ਸੜ ਜਾਂਦੇ। ਜੀ ਸਵਾਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਪੇਸ਼ ਤਾਂ ਕਰ ਰਹੇ ਹਾਂ ਬਹੁਤ ਮਹਾਨ ਸੰਸਕ੍ਰਿਤੀ ਦੇ ਰੂਪ 'ਚ, ਜੀ ਅਸੀਂ ਆਪਣੀ ਇਤਿਹਾਸ ਨੂੰ ਐ ਸ਼ਿੰਗਾਰ ਕੇ ਰੱਖ ਰਹੇ ਹਾਂ ਕਿ ਸਾਡੇ ਤੋਂ ਵੱਡਾ ਇਤਿਹਾਸ ਹੀ ਕਿਸੇ ਦਾ ਨਹੀਂ। ਲੇਕਿਨ ਜਦੋਂ ਅਸੀਂ ਵਰਤਮਾਨ ਦੇ ਵਿੱਚ ਐਕਟ ਕਰਦੇ ਹਾਂ ਤੇ ਇੰਜ ਕਰਦੇ ਆ ਕਿ ਸਾਡੀ ਤੋਂ ਵੱਡੀ ਸੰਕੀਰਨਤਾ ਕਿਸੇ 'ਚ ਨਹੀਂ। ਸਾਡੀ ਸੋਚ ਵਿੱਚ ਇੰਨੇ ਭੈੜ ਵੜ ਗਿਆ ਕਿ ਜਿਹੜਾ ਸੱਤਾ 'ਚ ਹੈ ਉਹ ਸਮਝਦਾ ਹੈ ਕਿ ਇਹ ਸਦੀਵੀ ਹੈ, ਉਹਨੂੰ ਲੱਗਦਾ ਹੀ ਨਹੀਂ ਕਿ ਇਹ ਸੱਤਾ ਜਿਹੜੀ ਹੈ ਇਹ ਤਾਂ ਥੋੜੇ ਸਮੇਂ ਦੀ ਹੈ। ਪੂਰੀ ਤਰ੍ਹਾਂ ਨਾਲ ਅੱਜ ਦੇ ਹਾਲਾਤ ਵੇਖ ਕੇ ਇੰਜ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਨੂੰ ਜਿਵੇਂ ਐਡਰੈਸ ਕੀਤਾ ਗਿਆ, ਜਿਸ ਤਰੀਕੇ ਨਾਲ ਈਗੋ, ਹਉਮੈ, ਜਿੱਦ ਸਾਹਮਣੇ ਰੱਖੀ ਗਈ ਆ, ਉੱਥੋਂ ਕਦੇ ਲੱਗਿਆ ਹੀ ਨਹੀਂ ਕਿ ਸੰਵੇਦਨਾ ਨਾਂ ਦੀ ਚੀਜ਼ ਆ, ਕਦੇ ਦਿਲ, ਦਿਮਾਗ, ਕਿਧਰੇ ਆਪਣੇਪਣ ਦਾ ਅਹਿਸਾਸ ਉਹ ਦੱਸਿਆ ਹੀ ਨਹੀਂ। ਇਹ ਚੀਜ਼ਾਂ ਮਾਈਨਸ ਕਿਉਂ ਹੋ ਗਈਆਂ? ਹਾਕਮ, ਹਕੂਮਤ, ਇਹ ਸ਼ਬਦ ਬੜੇ ਛੋਟੇ ਆ, ਲੇਕਿਨ ਇਹਨਾਂ ਨੂੰ ਏਡਾ ਫੈਲਾਤਾ ਗਿਆ। ਤੁਸੀਂ ਕਿਧਰੇ ਵੀ ਬੋਲ ਰਹੇ ਹੋ, ਤੁਸੀਂ ਕੋਈ ਵੀ ਗੱਲ ਕਰ ਰਹੇ ਹੋ, ਤੁਹਾਡੀ ਵਾਰੀ ਕਦੋਂ ਆਉਣ ਵਾਲੀ ਆ ਕੋਈ ਪਤਾ ਨਹੀਂ, ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ। ਜਦੋਂ ਸੰਕੀਰਨਤਾ ਦੀ ਗੱਲ ਕੀਤੀ ਤੇ ਮੈਨੂੰ ਇੱਕ ਖਬਰ ਮੇਰੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਪ੍ਰੋਫੈਸਰ ਮਨਜੀਤ ਸਿੰਘ ਜੀ, ਇੱਕ ਵਿਦਵਾਨ ਜਥੇਦਾਰ ਰਹੇ ਨੇ ਜੀ, ਔਰ ਆਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ ਨੇ। ਉਹ ਇੱਕ ਸੰਸਥਾ ਸਥਾਪਿਤ ਕਰ ਰਹੇ ਨੇ। 18 ਫਰਵਰੀ ਨੂੰ ਆਨੰਦਪੁਰ ਸਾਹਿਬ ਇੱਕ ਗੁਰਮਤਿ ਸਾਗਰ ਟਰਸਟ ਹੈ, ਜਿਹਦੇ ਕਰਤਾ ਧਰਤਾ ਜਿਹੜੇ ਨੇ ਉਹ ਵੀ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਨੇ। ਉਹ ਇੱਕ ਸੰਸਥਾ ਸਥਾਪਿਤ ਕਰ ਰਹੇ, ਨਾਨਕ ਲੀਲਾ ਵਿਜ਼ੂਅਲ ਆਰਟਸ। ਉਹ ਕਹਿੰਦੇ ਨੇ ਕਿ ਅਸੀਂ ਕਿੱਧਰ ਜਾਣਾ ਸੀ, ਕਿੱਧਰ ਤੁਰ ਪਏ ਆ ਕਿ ਅੱਜ ਸਾਡੀ ਜਿਹੜੀ ਜਵਾਨੀ ਆ ਉਹ ਸਾਡੇ ਹੀ ਧਰਮ ਸਿਧਾਂਤਾਂ ਤੋਂ ਦੂਰ ਜਾ ਰਹੀ ਜੀ। ਹੁਣ ਜਦੋਂ ਉਹ ਇਸ ਸੰਸਥਾ ਨੂੰ ਸ਼ੁਰੂਆਤ ਕਰਨਗੇ ਤੇ ਸ਼ਾਇਦ ਪਹਿਲੀ ਵਾਰ ਹੈ ਕਿ ਜਿਹੜਾ 12 ਮਾਹਾ ਗੁਰਬਾਣੀ ਦੇ ਵਿੱਚ 12 ਮਹੀਨਿਆਂ ਦੀ ਜਿਹੜੀ ਵਿਆਖਿਆ ਗੁਰਮਤਿ ਦੇ ਅਨੁਸਾਰ ਉਹਦੇ ਬਾਰੇ, ਔਰ 4 ਲਾਵਾਂ ਜਿਹੜੀਆਂ ਸਾਡੀਆਂ ਗੁਰਮਤਿ ਅਨੁਸਾਰ ਜਿਹੜੇ ਸਾਡੇ ਆਨੰਦ ਕਾਰਜ ਦੀਆਂ ਬਣਦੀਆਂ ਨੇ, ਉਹਨਾਂ ਦੇ ਉੱਤੇ ਕੋਈ ਦਸਤਾਵੇਜ਼ੀ ਫਿਲਮ ਤਿਆਰ ਕਰ ਰਹੇ। ਬੜੀ ਅੱਛੀ ਗੱਲ। ਲੇਕਿਨ ਸਵਾਲ ਇਹ ਆ ਕਿ ਇਹ ਪ੍ਰੋਫੈਸਰ ਮਨਜੀਤ ਸਿੰਘ 14 ਅਪ੍ਰੈਲ 1999 ਨੂੰ ਇੱਕ ਸੰਸਥਾ ਦਾ ਗਠਨ ਕਰਦੇ ਨੇ, ਅਕਾਲ ਪੁਰਖ ਦੀ ਫੌਜ। ਉਸ ਸੰਸਥਾ ਦਾ ਮਿਸ਼ਨ ਵੀ ਇਹੋ ਹੀ ਸੀ ਕਿ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨਾ, ਜਾਗਰੂਕ ਕਰਨਾ। ਮੈਨੂੰ ਲੱਗਦਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਿਹੜੇ ਆ, ਜਸਵਿੰਦਰ ਸਿੰਘ ਐਡਵੋਕੇਟ, ਉਹਦੇ ਕਰਤਾ ਧਰਤਾ ਰਹੇ। ਹੁਣ ਕਾਰਨ ਇਹ ਆ ਕਿ 21 ਸਾਲਾਂ ਬਾਅਦ, 22 ਸਾਲਾਂ ਬਾਅਦ ਤੁਹਾਨੂੰ ਇੱਕ ਹੋਰ ਸੰਸਥਾ ਦੀ ਲੋੜ ਪੈ ਗਈ ਜੀ। ਲੇਕਿਨ ਕਹਿਣਾ ਬਣਦਾ ਕਿ ਆਖਰ ਜਿਹੜੇ ਲੋਕ ਇਸ ਸੰਕੀਰਨਤਾ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਜਾਂ ਕੱਢਣਾ ਚਾਹੁੰਦੇ ਨੇ, ਕੁਛ ਕਰਨਾ ਚਾਹੁੰਦੇ ਨੇ, ਕੁਛ ਪੇਸ਼ ਕਰਨਾ ਚਾਹੁੰਦੇ ਨੇ, ਆਖਰ ਉਹ ਵੀ ਤੇ ਹੈ ਨਹੀਂ ਨਾ। ਮੈਂ ਸਰਦਾਰ ਜੀ ਤੁਹਾਡੀ ਇਸ ਗੱਲ ਤੋਂ ਗੱਲ ਨੂੰ ਅੱਗੇ ਵਧਾ ਲੈਣਾ ਜੀ, ਕਿਉਂਕਿ ਮੈਨੂੰ ਵੀ ਭੁੱਲਣ ਦੀ ਬਿਮਾਰੀ ਹੈ। ਤੇ ਮੈਂ ਦੋਸਤੋ, ਜਦੋਂ ਨਨਕਾਣਾ ਸਾਹਿਬ ਦਾ ਜ਼ਿਕਰ ਆਉਂਦਾ ਹੈ, ਸਾਕਾ ਨਨਕਾਣਾ ਦਾ, ਤੇ ਗੁਰਦੁਆਰਿਆਂ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ, ਤੇ ਗੁਰੂ ਘਰਾਂ ਦੇ ਵਿੱਚੋਂ ਕੁਪ੍ਰਬੰਧ ਨੂੰ ਦੂਰ ਕਰਨ ਲਈ ਮੇਰੇ ਖਿਆਲ ਸਾਡੇ ਪੁਰਖਿਆਂ ਨੇ ਜਿੰਨਾ ਜ਼ੋਰ ਲਾਇਆ, ਕੁਰਬਾਨੀਆਂ ਕੀਤੀਆਂ, ਉਹ ਬੜੀਆਂ ਅਹਿਮ ਨੇ, ਤਵਰੀਖੀ ਨੇ। ਲੇਕਿਨ ਜਦੋਂ ਨਨਕਾਣਾ ਸਾਹਿਬ ਨੂੰ ਜਾਂਦੇ ਰਾਹਾਂ ਤੇ ਪੰਜਾਬੀ ਚ ਬੋਰਡ ਦਿਸਣਗੇ ਤੇ ਬੜਾ ਮਜ਼ਾ ਆਊਗਾ। ਇੱਕ ਅਖਬਾਰ ਦੀ ਖਬਰ ਹੈ, ਉਹਨਾਂ ਨੇ ਨਾਲ ਫੋਟੋ ਵੀ ਪ੍ਰਕਾਸ਼ਿਤ ਕੀਤੀ, ਸ਼ਾਇਦ ਅਜੀਤ ਦੀ ਸੀਗੀ, ਰੋਜ਼ਾਨਾ ਅਜੀਤ ਦੀ ਅੱਜ ਦੀ ਇੱਕ ਖਬਰ ਹੈ ਜਿਹਦੇ ਚ ਉਹ ਹੋਰਡਿੰਗ ਨਜ਼ਰ ਆ ਰਹੇ ਆ। ਮੈਨੂੰ ਚੰਗਾ ਲੱਗਿਆ, ਲੇਕਿਨ ਨਾਲ ਤਕਲੀਫ ਹੁੰਦੀ ਹੈ ਕਿ ਇਹੀ ਸ਼ਤਾਬਦੀ ਨਨਕਾਣਾ ਸਾਹਿਬ ਦੇ 100 ਸਾਲਾ 100 ਸਾਲਾ ਸ਼ਤਾਬਦੀ ਜਸ਼ਨ ਤਾਂ ਨਹੀਂ ਕਵਾਂਗੇ, ਯਾਦ ਕਵਾਂਗੇ, ਉਹ ਦੋ ਥਾਈਂ ਮਨਾਈ ਜਾ ਰਹੀ। ਸਾਡੇ ਵਾਲੇ ਜਿੱਦਾਂ ਸੁਲਤਾਨਪੁਰ ਲੋਧੀ ਚ ਬਾਬੇ ਨਾਨਕ ਦੇ 550 ਸਾਲਾ ਮੌਕੇ ਤੇ ਹੋਇਆ, 2 ਸਟੇਜਾਂ, ਕਰੋਨਾ ਦੇ ਕਰਕੇ, ਇੱਕ ਪਾਸੇ ਗਵਰਨਮੈਂਟ, ਦੂਜੇ ਬੰਨੇ ਸਿੱਖਾਂ ਦੀ ਮਿਨੀ ਪਾਰਲੀਮੈਂਟ, ਜਿਹੜੇ ਉਹ ਰੌਲੇ ਰੱਪੇ ਪੈਂਦੇ ਰਹੇ, ਉਹ ਬਦਸਤੂਰ ਜਾਰੀ ਨੇ। ਜਦੋਂ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਨਾਲ ਸੰਬੰਧਿਤ ਦਿਨ ਮਨਾਇਆ ਜਾਣਾ, ਤੇ ਉਦੋਂ ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਦੇ ਵਿੱਚ ਪਿੰਡ ਧਾਰੋਵਾਲੀ ਚ, ਤੇ ਦੂਜਾ ਨਾਲ ਸ਼ਾਇਦ ਗੋਦਰਪੁਰ, ਹਾਂ ਇੱਕ ਹੋਰ ਪਿੰਡ, ਜਿਸ ਪਿੰਡ ਚ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਦੇ ਜਿਹੜੇ ਵਾਰਸ ਨੇ ਜਾ ਵਸੇ ਨੇ, ਉਸ ਪਿੰਡ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਰਲ ਕੇ ਉਹਨੂੰ ਬਹੁਤ ਵੱਡੇ ਲੈਵਲ ਤੇ ਬਣਾ ਰਹੇ। ਹੁਣ ਅਸੀਂ ਫਿਰ ਇਕੱਠੇ ਨਹੀਂ ਹੋਏ, ਅਸੀਂ ਫਿਰ ਲੋਕਾਂ ਨੂੰ 2 ਜਗ੍ਹਾ ਵੰਡਤਾ, ਅਸੀਂ ਫਿਰ ਇਤਿਹਾਸ ਨੂੰ 2 ਪਾਸਿਆਂ 'ਚ ਰੱਖਤਾ ਹੈ। ਕੁਝ ਲੋਕ ਸੋਚਣਗੇ ਅੱਛਾ ਇਹ ਧਾਰੋਵਾਲੀ ਨਾਂ ਕਿਉਂ ਲੱਗਿਆ ਸੀ, ਫਿਰ ਉਹ ਕਹਿਣਗੇ ਗੋਦਰਪੁਰ ਕਿਉਂ ਆ ਗਿਆ। ਸੋ ਇੱਕ ਪਾਸੇ ਗਵਾਂਢੀ ਦੇਸ਼ ਦੇ ਵਿੱਚ ਚੰਦ ਕੁ ਸਿੱਖ ਭਰਾ ਤੇ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਜੀ ਆਇਆ ਆਖਿਆ ਜਾ ਰਿਹਾ, ਤੇ ਦੂਜੇ ਬੰਨੇ
ਅਸੀਂ ਅੱਜ ਵੀ ਉਹੀ ਮੰਡੀਆਂ 'ਚ ਖੜੇ ਆ, ਅੱਜ ਵੀ ਅਸੀਂ ਸਿਆਸਤਾਂ ਦੀ ਆੜ ਦੇ ਵਿੱਚ ਕਈ ਕੁਝ ਕਰ ਰਹੇ। ਚਲੋ ਖੈਰ ਇਹਦੇ ਤੇ ਟਿੱਪਣੀ ਨਾ ਕਰੀਏ, ਚੰਗਾ ਤੁਸੀਂ ਕਰਦੇ ਹੋ ਤੇ ਵੇਖ ਲਓ, ਤੁਹਾਡੀ ਮਰਜ਼ੀ। ਦੇਖੋ ਉਹਦੇ 'ਚ ਬੜਾ ਸਾਫ਼ ਹੈ ਜੀ ਕਿ ਅਸਲ ਮਕਸਦ ਜਿਹੜਾ ਆ ਅਜੇ ਤੱਕ ਜਿਹੜਾ ਸਾਕਾ ਨਨਕਾਣਾ ਸਾਹਿਬ ਹੈ ਉਹਦੇ ਲਈ ਉਹਦੇ ਬਾਰੇ ਕੋਈ ਐਸਾ ਦਸਤਾਵੇਜ਼ ਨਹੀਂ ਹੈ ਜੀ ਜਿਹੜਾ ਸਾਰੀਆਂ ਘਟਨਾਵਾਂ ਨੂੰ ਵਰਣਨ ਕਰਦਾ ਹੋਵੇ। ਜੀ ਮੈਂ ਇੱਕ ਕਿਤਾਬ ਜਿਹੜੀ ਹੈ ਕੁਝ ਝਬਾੜੀਆ ਨੇ ਉਹਨਾਂ ਦੀ ਕਿਤਾਬ ਸੀ 1992 ਦੇ ਵਿੱਚ ਆਖਰੀ ਵਾਰ ਸ਼੍ਰੋਮਣੀ ਕਮੇਟੀ ਪਬਲਿਸ਼ ਕਰਦੀ ਹੈ, ਪ੍ਰਕਾਸ਼ਨਾ ਕਰਦੀ ਹੈ। ਉਸ ਕਿਤਾਬ ਨੂੰ ਕਿਸੇ ਲਾਇਬ੍ਰੇਰੀ 'ਚ ਪੜ੍ਹਨ ਦਾ ਮੌਕਾ ਮਿਲਿਆ। ਕਿਤਾਬ ਇੰਨਾ ਗੰਭੀਰਤਾ ਨਾਲ ਤਹਿ ਤੱਕ ਜਾਂਦੀ ਹੈ ਮਸਲੇ ਦੀ ਜੀ ਕਿ ਉਸ ਕਿਤਾਬ ਵਿੱਚ ਇਹ ਦਰਜ ਹੈ ਕਿ ਜਿਹੜੀਆਂ ਗੋਲੀਆਂ ਪਾਵਨ ਸਰੂਪ ਨੂੰ ਉਸ ਵੇਲੇ ਲੱਗੀਆਂ ਸਨ, ਉਹ ਗੋਲੀਆਂ ਦੇ ਖੋਲ ਕਿਸ ਪਰਿਵਾਰ ਕੋਲ ਪਏ ਨੇ। ਹੁਣ ਜਦੋਂ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਧਾਰੀਵਾਲ ਦੀ ਜਿਹੜੀ ਤਸਵੀਰ ਹੈ ਕੇਂਦਰੀ ਅਜਾਇਬ ਘਰ ਦੇ ਵਿੱਚ ਕੱਲ 15 ਫਰਵਰੀ ਨੂੰ ਲਗਾਈ ਗਈ ਹੈ, 100 ਸਾਲ ਬਾਅਦ। 100 ਸਾਲ ਸਾਨੂੰ ਯਾਦ ਹੀ ਨਹੀਂ ਆਈ। ਜੇ 100 ਸਾਲ ਸਾਨੂੰ ਉਹ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਹੀ ਨਹੀਂ ਆਈ ਤੇ ਫਿਰ ਇਹ ਜਿਹੜੇ ਸ਼ਤਾਬਦੀ ਸਮਾਗਮ ਗਾਹ ਹੋਣੇ ਨੇ, ਸਾਲ ਚੱਲਣੇ ਨੇ, ਉਹਨਾਂ ਬਾਰੇ ਬਹੁਤਾ ਕਹਿਣਾ ਨਹੀਂ ਬਣਦਾ, ਕਿਉਂਕਿ ਜਿਹੜੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਸਨ ਉਹ ਸਿਰਫ ਉਸੇ ਵਕਤ ਹੀ ਮੰਚ ਤੇ ਨਜ਼ਰ ਆਏ ਸਨ, ਉਰ ਤੋਂ ਗਾਹ ਕੁਛ ਨਹੀਂ ਜੀ, ਉਰ ਤੋਂ ਗਾਹ ਕੁਛ ਨਹੀਂ ਹੈ। ਲੇਕਿਨ ਸਭ ਤੋਂ ਅਹਿਮ ਜਿਹੜੀ ਦੇਖਣ ਵਾਲੀ ਗੱਲ ਆ ਕਿ ਇਹਦੇ ਤੋਂ ਬਾਅਦ ਅਪ੍ਰੈਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ ਜੀ, 400 ਸਾਲਾ ਜੀ। ਔਰ ਉਹਦੇ ਬਾਰੇ ਵੀ ਇਹੋ ਹੀ ਆ ਕਿ ਪੰਜਾਬ ਸਰਕਾਰ ਬਾਬਾ ਬਕਾਲਾ ਵਿਖੇ ਮਨਾਉਣਾ ਚਾਹੁੰਦੀ ਹੈ, ਜਦਕਿ ਪਾਤਸ਼ਾਹ ਦਾ ਜਿਹੜਾ ਜਨਮ ਸਥਾਨ ਹੈ ਉਹ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਮਹਿਲ ਦੇ ਸਥਾਨ ਹੈ ਜੀ, ਦਰਬਾਰ ਸਾਹਿਬ ਦੇ ਨੇੜੇ ਗੁਰੂ ਬਾਜ਼ਾਰ, ਉੱਥੇ ਗੁਰੂ ਕੇ ਮਹਿਲ ਹੈ। ਜਿਹੜੀ ਕੇਂਦਰ ਸਰਕਾਰ ਹੈ ਉਹਦੀ ਖਬਰ ਆ ਰਹੀ ਕਿ ਅਮਿਤ ਸ਼ਾਹ ਹੋਰਾਂ ਨੇ ਸਾਰੇ ਜਿਹੜੇ ਸਮਾਗਮ ਹੋਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਉਹਦੀ ਆਪਣੀ ਕਮਾਨ ਸੰਭਾਲ ਲਈ ਹੈ। ਬਣਦਾ ਵੀ ਹੈ, ਕਿਉਂਕਿ ਜਿਹੜਾ ਗ੍ਰਹਿ ਮੰਤਰੀ ਹੈ ਉਹ ਪੂਰੇ ਦੇਸ਼ ਦੀ ਜ਼ਿੰਮੇਵਾਰੀ ਚੁੱਕਦਾ ਹੈ। ਪਰ ਗ੍ਰਹਿ ਮੰਤਰੀ ਸਾਹਿਬ ਨੂੰ ਬੇਨਤੀ ਹੈ, ਵੈਸੇ ਉਹ ਕੀ ਕਹਿੰਦੇ ਹੁੰਦੇ ਆ, ਉਹ ਟਟੀਰੀਆਂ ਵਾਲਾ ਕੀ ਕਹਿੰਦੇ ਹੁੰਦੇ ਹੋ ਤੁਸੀਂ ਵੀ ਕੌਣ ਸੁਣਦਾ ਟਟੀਰੀਆਂ ਦੀ? ਨਹੀਂ, ਉਹਦਾ ਕਾਰਨ ਪਤਾ ਕੀ ਹੈ ਜੀ, ਤੁਸੀਂ ਬੇਨਤੀ ਕਰ ਲਓ ਲੇਕਿਨ ਗਾਂ ਥੱਲੇ ਨਹੀਂ ਉਹਨਾਂ ਦਾ ਕਾਰਖਾਨੇ 'ਚ ਤੂਤੀ ਦੀ ਗੱਲ ਹੁੰਦੀ ਹੈ, ਸਾਨੂੰ ਕਿੰਨੇ ਸੁਣਨਾ। ਪਰ ਚਲੋ ਕਹਿ ਲੈਂਦੇ ਆ ਵੀ ਜਿਹੜਾ ਤੁਹਾਡੀ ਅੱਖ ਤੇ ਜਮਾ ਥੱਲੇ ਤੁਹਾਡੇ ਨੱਕ ਤੇ ਕੋਲ ਉੱਥੇ ਸਾਡੇ ਭਰਾ ਬੈਠੇ, ਬਿਲਕੁਲ ਉਹਨਾਂ ਦਾ ਫਿਕਰ ਕਰੋ। ਉਹ ਤੁਸੀਂ ਮੰਗਾਂ ਨਹੀਂ ਮੰਨਣੀਆਂ, ਇੱਕ ਵਾਰੀ ਗੇੜਾ ਮਾਰ ਕੇ ਪ੍ਰਬੰਧਾਂ ਦੀ ਸਮੀਖਿਆ ਤੇ ਕਰੋ। ਲੜਾਈ ਚੱਲਦੀ ਰਹਿਣ ਦਿਓ, ਇਹਨੂੰ ਹੈਲਦੀ ਬਣਾਓ। ਇਸ ਜਿਹੜਾ ਅੰਦੋਲਨ ਹੈ ਇਹਨੂੰ ਤੁਸੀਂ ਇੱਕ ਸਿਹਤਮੰਦ ਰੁਝਾਨ ਦੇ ਰੂਪ ਚ ਚੈੱਕ ਕਰੋ। ਲੋਕਤੰਤਰ ਦੀ ਖੂਬਸੂਰਤੀ ਹੈ, ਦੁਨੀਆ ਭਰ ਦੇ ਵਿੱਚ ਅੰਦੋਲਨਾਂ ਨੂੰ ਇੱਕ ਖਾਸ ਸਥਾਨ ਹੈ, ਤੇ ਜਾਓ ਘੱਟੋ ਘੱਟ ਉੱਥੇ ਬੈਠਿਆਂ ਨੂੰ ਸਰਕਾਰੀ ਸਹੂਲਤਾਂ ਜਿਹੜੀਆਂ ਬਣਦੀਆਂ, ਟਾਇਲਟਸ ਤੋਂ ਲੈ ਕੇ ਪਾਣੀ, ਬਿਜਲੀ, ਇੰਟਰਨੈਟ ਤੱਕ ਦੇ ਪ੍ਰਬੰਧ ਮੁਹੱਈਆ ਕਰਾਓ। ਇਹ ਤੋਂ ਗਾਹ ਜਾਣਾ ਚਾਹੀਦਾ ਕਿ ਜਦੋਂ ਕਸ਼ਮੀਰ ਦੇ ਪੰਡਿਤ ਕਿਰਪਾ ਰਾਮ ਜੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦੇ ਨੇ ਕਿ ਔਰੰਗਜ਼ੇਬ ਸਾਡਾ ਜਬਰੀ ਜਨੇਊ ਲਾ ਰਿਹਾ, ਤੇ ਉਹ ਕਹਿੰਦੇ ਨੇ ਕਿ ਜਾਓ ਔਰੰਗਜ਼ੇਬ ਨੂੰ ਕਹੋ ਕਿ ਜੇ ਸਾਡੇ ਗੁਰੂ ਜਨੇਊ ਲਾਉਣਾ ਮਨਜ਼ੂਰ ਕਰ ਲੈਣ ਤੇ ਫਿਰ ਅਸੀਂ ਮੰਨ ਲਾਂਗੇ। ਉਸ ਵੇਲੇ ਗੁਰੂ ਕੇ ਜਿਹੜੇ ਕਿਰਪਾ ਰਾਮ ਨੇ ਉਹ ਗੁਰੂ ਸਾਹਿਬ ਕੋ ਜਾਂਦੇ ਨੇ, ਗੁਰੂ ਸਾਹਿਬ ਆਪਣਾ ਆਪ ਵਾਰਨ ਲਈ ਉੱਥੇ ਪਹੁੰਚ ਜਾਂਦੇ ਨੇ ਔਰੰਗਜ਼ੇਬ ਕੋਲ। ਜੀ ਜੀ, ਸ਼ਹਾਦਤ ਆ ਉਹਨਾਂ ਦਾ, ਸ਼ਹੀਦੀ ਸਥਾਨ ਆ ਸੀਸਗੰਜ ਸਾਹਿਬ। ਲੇਕਿਨ ਅੱਜ ਗੁਰੂ ਕੇ ਸਿੱਖ ਉਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਪੈਰੋਕਾਰ ਨੇ, ਅਸੀਂ ਇਹ ਨਹੀਂ ਕਹਾਂਗੇ ਸਾਡੇ ਨੇ, ਉਹ ਜਿਹੜੇ ਬਹੁਤ ਸਾਰੇ ਹਿੰਦੂ ਪਰਿਵਾਰ ਜਿਹੜੇ ਨੇ ਉਹ ਵੀ ਉਹਨਾਂ ਨੂੰ ਆਪਣਾ ਮੰਨਦੇ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦਾ ਜ਼ਿਕਰ ਆਉਂਦਾ ਨਾ, ਤੇ ਹਰਭਜਨ ਹਲਵਾਰਵੀ ਸਾਹਿਬ ਦਾ ਉਹ ਸ਼ੇਰ ਮੈਨੂੰ ਬੜਾ ਪਿਆਰਾ ਲੱਗਦਾ ਹੈ। ਵੈਸੇ ਉਹਨਾਂ ਨੇ ਕਿਹਾ ਤਾਂ ਕਿਸੇ ਹੋਰ ਨਜ਼ਰੀਏ ਤੋਂ ਸੀ, ਹੋ ਸਕਦਾ ਰੋਮਾਂਟਿਕ ਨਜ਼ਰੀਏ ਤੋਂ ਕਿਹਾ ਹੋਵੇ, ਲੇਕਿਨ ਮੈਨੂੰ ਇਸ ਦੇਸ਼ ਔਰ ਇਹਦੇ ਕੁਰਬਾਨੀਆਂ ਕਰਨ ਵਾਲੇ ਲੋਕਾਂ ਦੇ ਨਜ਼ਰੀਏ ਤੋਂ ਬੜਾ ਚੰਗਾ ਲੱਗਦਾ ਹੈ ਕਿ ਤੇਰੀ ਤੇ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ, ਤੇਰੀ ਤੇ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ, ਬਸ ਐਵੇਂ ਹੀ ਪਿਘਲ ਗਿਆ ਸਾਂ ਮੈਂ ਸਾਰੇ ਦਾ ਸਾਰਾ। ਇਸ ਦੇਸ਼ ਲਈ ਮਰਦੇ ਰਹੇ, ਖਪਦੇ ਰਹੇ, ਲੋਕਾਂ ਨੇ ਉਮਰਾਂ ਲਾਤੀਆਂ। ਔਰ ਮੈਂ ਦੇਖਦਾ ਹਾਂ ਕਿ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਤੇ ਜਿਹੜਾ ਉਸ ਤੋਂ ਬਾਅਦ ਇੱਕ ਸਿਲਸਿਲਾ ਹੈ। ਪੰਜਾਬ ਦੀ ਇਸ ਜ਼ਰਖੇਜ਼ ਧਰਤੀ ਤੋਂ ਕਿੰਨੇ ਸਿਰ ਉੱਗੇ, ਕਿੰਨੇ ਸਿਰ ਕਟਾਏ, ਕਿੰਨਾ ਕੁਝ ਹੋਇਆ, ਉਹ ਤਾਂ ਇਤਿਹਾਸ 'ਚ ਦਫਨ ਰਹਿ ਗਿਆ। ਕੋਈ ਜਾਣਦਾ ਹੀ ਨਹੀਂ, ਕੋਈ ਪਛਾਣਦਾ ਹੀ ਨਹੀਂ, ਕੋਈ ਬੁੱਝਦਾ ਹੀ ਨਹੀਂ। ਅੱਜ ਜਦੋਂ ਸਰਦਾਰ ਸਾਹਿਬ ਜ਼ਰੂਰਤ ਸੀਗੀ ਕਿ ਤੁਹਾਨੂੰ ਅਤੀਤ ਨਾਲ ਜੋੜ ਕੇ ਤੁਹਾਨੂੰ ਕੁਝ ਨਾ ਕੁਝ ਵੱਧ ਦਿੱਤਾ ਜਾਂਦਾ, ਤੁਹਾਨੂੰ ਆਜ਼ਾਦੀ ਵੇਲੇ ਕੀਤੇ
ਕੁਝ ਪ੍ਰੋਮਿਸਸ ਨਾਲ ਹੀ ਜੋੜ ਲਿਆ ਜਾਂਦਾ। ਤੁਹਾਨੂੰ ਆਜ਼ਾਦ ਖਿੱਤਾ ਤਾਂ ਕੀ ਦੇਣਾ ਸੀਗਾ, ਤੁਹਾਨੂੰ ਤੁਹਾਡੇ ਮੁੱਢਲੇ ਅਧਿਕਾਰ ਜਿਹੜੇ ਸੰਵਿਧਾਨ ਦਿੰਦਾ ਬਾਕੀ ਨਾਗਰਿਕਾਂ ਵਾਂਗ ਉਹਦੇ ਵਾਂਗ ਹੀ ਰੱਖ ਲਿਆ ਜਾਂਦਾ। ਮੁਸ਼ਕਲ ਇਹ ਆ ਕਿ ਜਦੋਂ ਤੁਹਾਡੀ ਅੱਖ 'ਚ ਟੀਰ ਹੋਊਗਾ, ਤੁਹਾਡੀ ਐਨਕ ਕਿਸੇ ਹੋਰ ਪਾਸੇ ਨਜ਼ਰ ਆਉਂਦੀ ਹੋਊਗੀ, ਫਿਰ ਤੁਹਾਨੂੰ ਐਨਕ ਬਦਲਣ ਦੀ ਲੋੜ ਆ, ਜਿਹੜੀ ਕੋਈ ਬਦਲਣ ਨੂੰ ਤਿਆਰ ਨਹੀਂ। ਇਹਦੇ ਵਿੱਚ ਤੁਸੀਂ ਇੱਕ ਖਬਰ ਪੜ੍ਹ ਰਹੇ ਸੀ, ਮੈਨੂੰ ਲੱਗਿਆ ਸੀ ਕਿ 350 ਕਰੋੜ ਕੇਂਦਰ ਕੋਈ ਖੇਤੀ ਡਾਇਵਰਸਿਫਿਕੇਸ਼ਨ, ਫਸਲੀ ਵਿਭਿੰਨਤਾ, ਜਦੋਂ ਕਿਸਾਨ ਆਪਣੇ ਹੱਕਾਂ ਦੀ ਲੜ ਰਹੇ ਨੇ ਜੀ, ਉਸ ਵੇਲੇ ਇੱਕ ਖਬਰ ਆ ਰਹੀ ਹੈ ਜਿਹਨੂੰ ਅਸੀਂ ਚੰਗੀ ਖਬਰ ਕਵਾਂਗੇ ਕਿ ਜਿਹੜੀ ਕ੍ਰੌਪ ਡਾਇਵਰਸਿਫਿਕੇਸ਼ਨ ਹੈ ਜੀ, ਜਿਹੜਾ ਫਸਲੀ ਬਦਲ ਹੈ, ਉਹਦੇ ਉੱਤੇ ਲਈ 2021-22 ਤੋਂ ਲੈ ਕੇ 2025-26 ਤੱਕ 350 ਕਰੋੜ ਦੀ ਗ੍ਰਾਂਟ ਜਿਹੜੀ ਹੈ ਸਟੇਟ ਗਵਰਨਮੈਂਟ ਨੂੰ ਮਿਲਦੀ ਪਈ ਹੈ ਜੀ। ਉਹਦੇ 'ਚ ਪ੍ਰਮੁੱਖ ਇਹ ਆ ਕਿ ਜਿਹੜਾ ਝੋਨਾ ਆ, ਝੋਨੇ ਦੀ ਜਗ੍ਹਾ ਮੱਕੀ ਨੂੰ ਥਾਂ ਦਿੱਤੀ ਜਾਵੇ ਜੀ। ਅੰਕੜੇ ਦਿੱਤੇ ਗਏ ਨੇ ਕਿ ਹਿੰਦੁਸਤਾਨ ਦੇ ਵਿੱਚ 76% ਪਾਣੀ ਜਿਹੜਾ 76% ਪਾਣੀ ਦੀ ਦੁਰਵਰਤੋਂ ਆ ਜਾਂ ਵੇਸਟੇਜ ਹੈ, ਉਹ ਕੱਲੀ ਪੰਜਾਬ ਦੇ ਨਾਂ ਤੇ ਆਉਂਦੀ ਹੈ ਜੀ। ਇੰਨਾ ਪਾਣੀ ਜਿਹੜਾ ਆ ਉਹ ਖਤਮ ਹੋ ਰਿਹਾ, ਔਰ ਜਦ ਕਿ ਪੂਰੇ ਦੇਸ਼ ਦੇ ਵਿੱਚ ਇਹ ਜਿਹੜੀ ਫੀਸਦੀ ਆ ਵੇਸਟੇਜ ਦੀ 16% ਹੈ ਜੀ। ਔਰ ਇਹ ਵੀ ਮੰਨਿਆ ਗਿਆ ਕਿ ਜਦੋਂ ਇਹ ਫਸਲੀ ਚੱਕਰ ਬਦਲੇਗਾ, ਫਿਰ ਤੁਹਾਡੇ ਕੋਲ ਪਰਾਲੀ ਦਾ ਧੂੰਆਂ ਨਹੀਂ ਹੋਏਗਾ ਜੀ। ਪਰਾਲੀ ਦੇ ਧੂਏ ਤੋਂ, ਪ੍ਰਦੂਸ਼ਣ ਤੋਂ ਤੁਹਾਨੂੰ ਨਿਜਾਤ ਮਿਲ ਜਾਵੇਗੀ ਜੀ। ਲੇਕਿਨ ਦੂਸਰੇ ਪਾਸੇ ਜਿਹੜੀ ਖਬਰ ਤੁਸੀਂ ਗੱਲ ਕੀਤੀ ਸੀ ਨਿਜਤਾ ਦੇ ਨਾਲ ਜੁੜੀ ਹੋਈ, WhatsApp ਵਾਲੀ ਸੁਪਰੀਮ ਕੋਰਟ ਦੇ ਮਾਮਲੇ 'ਚ, ਕਿ ਹਰ ਪਾਸੇ ਨਿਜਤਾ ਆ। ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਉੱਥੇ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਗੱਲ ਕਰਦੇ ਹਾਂ, ਉਹ ਵੀ ਉਹਨਾਂ ਦੀ ਨਿਜਤਾ ਨਾਲ ਜੁੜੀਆਂ ਹੋਈਆਂ ਨੇ ਜੀ ਜੀ। ਜਦੋਂ ਅਸੀਂ ਬਹਿਬਲ ਕਲਾਂ ਗੋਲੀकांड ਦੀ ਗੱਲ ਕਰਦੇ ਹਾਂ, ਉਮਰਾ ਨੰਗਲ ਦੀ ਗੱਲ ਕਰਦੇ ਹਾਂ, ਉਹ ਵੀ ਅਦਾਲਤ 'ਚ ਇਹ ਕਹਿੰਦੇ ਕਿ ਮੇਰੇ ਨਾਲ ਨਿੱਜੀ ਕੱਢੀ ਜਾ ਰਹੀ ਲਿਆ ਜਾਂਦਾ। ਲੇਕਿਨ ਜਿਹੜੀ WhatsApp ਦੇ ਉੱਤੇ ਆ, ਜਿਹੜੀ WhatsApp ਦੀ ਕੋਈ ਪਲਾਨ ਆਇਆ ਸੀਗਾ ਨਿਜਤਾ ਬਾਰੇ, ਉਹਦੇ ਬਾਰੇ ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਨਹੀਂ ਭਾਈ, ਨਿਜਤਾ ਦੇ ਵਿੱਚ ਦਖਲ ਨਹੀਂ। ਵੈਸੇ ਬੜੀ ਰੈਲੇਵੈਂਟ ਆ ਜਦੋਂ ਮਾਨਯੋਗ ਸੁਪਰੀਮ ਕੋਰਟ ਇਹ ਆਖਦੀ ਹੈ ਜੀ ਕਿ ਤੁਸੀਂ ਹੋਵੋਗੇ 2-3 ਟ੍ਰਿਲੀਅਨ ਦੀ ਬਿਲਕੁਲ ਹੈ ਕੰਪਨੀ, ਲੇਕਿਨ ਸਾਡੇ ਤਾਂ ਲੋਕਾਂ ਦੇ ਹਿੱਤ ਸਾਡੇ ਲਈ ਪਹਿਲਾਂ ਬਿਲਕੁਲ ਸਾਡੇ ਲੋਕਾਂ ਦੇ ਜ਼ਿਆਦਾ ਖਸੂਸ ਨੇ। ਲੇਕਿਨ ਇਹ ਗਵਰਨਮੈਂਟਸ ਨੂੰ ਵੀ ਕਹਿਣਾ ਚਾਹੀਦਾ, ਜਿਹੜੇ ਇੱਥੇ ਦੇ ਕਾਰਪੋਰੇਟਸ ਹੈ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਕਿ ਭਾਈ ਤੁਸੀਂ ਜੇ ਬਹੁਤ ਵੱਡੇ ਹੋ ਗਏ ਹੋ, ਇਹਦਾ ਮਤਲਬ ਇਹ ਨਹੀਂ ਕਿ ਕੰਪੀਟੀਸ਼ਨ ਹੀ ਖਤਮ ਕਰ ਦਿਓ। ਦੇਖੋ, ਮੈਨੂੰ ਗੱਲ ਬੜੀ ਚੰਗੀ ਲੱਗਦੀ ਕਿ ਅਮਰੀਕਾ ਦੇ ਵਿੱਚ ਵੱਡੀਆਂ ਕੰਪਨੀਆਂ ਤੇ ਕਈ ਕੇਸਿਸ ਨੇ, ਉਹ ਇਹ ਕਹਿੰਦੇ ਆ ਕਿ ਜੇਕਰ ਮੰਨ ਲਓ ਇੱਕ ਵੱਡੀ ਕੰਪਨੀ ਏਡੀ ਹੋ ਗਈ ਜੋ ਸਾਰੀਆਂ ਛੋਟੀਆਂ ਕੰਪਨੀਆਂ ਨੂੰ ਜ਼ਿਆਦਾ ਮੁੱਲ ਦੇ ਕੇ ਖਰੀਦੀ ਜਾਊਗੀ, ਕੰਪੀਟੀਸ਼ਨ ਕਿੱਥੇ ਰਹੂਗਾ? ਬਿਜ਼ਨਸ ਵਿੱਚ ਜੇ ਕੰਪੀਟੀਸ਼ਨ ਨਹੀਂ, ਇਜਾਰੇਦਾਰੀ ਹੁੰਦੀ ਆ, ਫਿਰ ਉਹ ਆਪਣੀ ਮੋਨੋਪੋਲੀ ਦੇ ਵਿੱਚ ਕੁਝ ਵੀ ਕਰਨਗੇ। ਇਹੀ ਇੱਥੇ ਹੋ ਰਿਹਾ। ਇੱਕ ਕੰਪਨੀ ਵੱਡੀ ਹੋ ਗਈ, 2 ਹੋ ਗਈਆਂ, 3 ਹੋ ਗਈਆਂ, ਉਹ ਛੋਟੀਆਂ ਸਾਰੀਆਂ ਨੂੰ ਖਾ ਗਈਆਂ। ਜਿਹੜੀ ਵੱਧਦੀ ਆ, ਜਿਹੜੀ ਮੁਕਾਬਲਾ ਦੇਣ ਦੇ ਸਮਰੱਥ ਹੁੰਦੀ, ਉਹਨੂੰ ਖਰੀਦ ਲਓ, ਜੇਬ 'ਚ ਪਾ ਲਓ। ਫਿਰ ਤੁਹਾਡੇ ਨਾਲ ਜੇਕਰ ਉਹ ਸਮੇਂ ਦਾ ਸ਼ਾਸਕ ਹੋਵੇ, ਸਮੇਂ ਦੀ ਹਕੂਮਤ ਹੋਵੇ, ਫਿਰ ਤੁਸੀਂ ਨੀਤੀਆਂ ਵੀ ਉਵੇਂ ਆਪਣੇ ਹਿਸਾਬ ਦੀਆਂ ਬਣਾ ਲਓ। ਫਿਰ ਨਵਿਆਂ ਲੋਕਾਂ ਲਈ ਮੌਕੇ ਕਿੱਥੇ ਰਹਿਣਗੇ? ਫਿਰ ਇਹ ਦੇਸ਼ ਤਾਨਾਸ਼ਾਹੀ ਵੱਲ ਵੱਧਦਾ ਹੈ। ਇਹੀ ਸਭ ਤੋਂ ਵੱਡਾ ਖਤਰਾ ਹੈ ਕਿ ਜਦੋਂ ਤੁਸੀਂ ਇਕਲੌਤੇ ਹੁੰਦੇ ਹੋ, ਤਾਕਤਵਰ, ਫਿਰ ਤੁਸੀਂ ਤਾਨਾਸ਼ਾਹ ਹੁੰਦੇ ਹੋ। ਫਿਰ ਜਿਹੜੀਆਂ ਉਹ ਰੁਚੀਆਂ ਹੁੰਦੀਆਂ ਨੇ, ਉਹ ਰੁਚੀਆਂ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਦੇਖਿਆ, ਕਿਵੇਂ ਵੱਡੇ-ਵੱਡੇ ਮਹਿਲ ਡਿੱਗੇ ਨੇ, ਕਿਵੇਂ ਇਸ ਤਰ੍ਹਾਂ ਦੇ ਸ਼ਾਸਕਾਂ ਦੇ ਹੁੰਦਿਆਂ ਨੁਕਸਾਨ ਹੋਏ ਨੇ। ਸੋ ਲੋਕਤੰਤਰ ਦੀ ਖੂਬਸੂਰਤੀ ਆ। ਮੌਜੂਦਾ ਹਕੂਮਤ ਨੂੰ ਇਹ ਸੋਚਣਾ ਚਾਹੀਦਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ, ਕਿਸੇ ਵੀ ਕੰਪਨੀ ਨੂੰ, ਕਿਸੇ ਕਾਰਪੋਰੇਟ ਨੂੰ ਏਡਾ ਤਗੜਾ ਨਾ ਹੋਣ ਦਿਓ ਕਿ ਕੱਲ ਨੂੰ ਤੁਹਾਡੇ ਲਈ ਵੀ ਖਤਰਾ ਹੋਵੇ। ਜਦੋਂ ਉਹ ਤੁਹਾਡੇ ਤੋਂ ਅੱਖਾਂ ਫੇਰਨਗੇ, ਉਹ ਕਿਸੇ ਹੋਰ ਸਿਆਸੀ ਜਮਾਤ ਨਾਲ ਸਾਂਝ ਭਿਆਲੀ ਕਰਨਗੇ, ਫਿਰ ਤੁਹਾਨੂੰ ਫਿਕਰ ਹੋਊਗਾ ਕਿ ਕਿਸੇ ਸਮੇਂ ਅਸੀਂ ਪਾਲਦੇ ਰਹੇ ਹਾਂ। ਕਿਉਂਕਿ ਸਰਮਾਏ ਦਾ ਕੋਈ ਅਸੂਲ ਨਹੀਂ ਹੁੰਦਾ, ਸੱਤਾ ਦਾ ਜੇ ਕੋਈ ਅਸੂਲ ਨਹੀਂ ਤੇ ਸਰਮਾਏ ਦਾ ਵੀ ਕੋਈ ਅਸੂਲ ਨਹੀਂ। ਉਹਨੇ ਉੱਧਰ ਹੀ ਝੁਕਣਾ ਹੈ ਜਿੱਧਰ ਉਹਨੂੰ ਪ੍ਰੋਫਿਟ ਮਿਲਦਾ ਹੈ। ਤੇ ਪ੍ਰੋਫਿਟ ਦੇ ਨਜ਼ਰੀਏ ਤੋਂ ਤੁਰਦੇ ਲੋਕ ਆ, ਉਹਨਾਂ ਲਈ ਰਿਸ਼ਤੇ ਨਾਤੇ ਕੁਝ ਨਹੀਂ ਹੁੰਦੇ, ਰਸਮਾਂ ਵੀ ਨਹੀਂ ਹੁੰਦੀਆਂ ਰਾਦਰ। ਸੋ ਮੈਨੂੰ ਇੰਝ ਲੱਗਦਾ ਹੈ। ਨਹੀਂ, ਅੱਜ ਇੱਕ ਜਿਹੜੀ ਜਾਂਦੇ ਇੱਕ ਗੱਲ ਮੈਂ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਨਾਮਧਾਰੀ ਲਹਿਰ ਦੇ ਜਿਹੜੇ ਮੁਖੀ ਨੇ ਬਾਬਾ ਰਾਮ ਸਿੰਘ ਜੀ, ਉਹਨਾਂ ਦਾ 205ਵਾਂ ਜਨਮ ਦਿਨ ਹੈ ਜੀ। ਸਰਕਾਰੀ ਤੌਰ ਤੇ ਮਨਾਇਆ ਜਾ ਰਿਹਾ ਜੀ। ਉਹਨਾਂ ਦਾ ਜਿਹੜਾ ਜਨਮ ਸਥਾਨ ਆ ਭੈਣੀ ਸਾਹਿਬ ਲੁਧਿਆਣੇ ਦੇ ਵਿੱਚ ਪੈਂਦਾ, ਉੱਥੇ ਵੀ ਮਨਾਇਆ ਜਾ ਰਿਹਾ ਜੀ। ਕੂਕਾ ਲਹਿਰ ਦੇ ਨਾਂ ਤੇ ਉੱਤੇ ਜਿਹੜੀ ਲਹਿਰ ਉਸ ਦੇ ਨਾਮ ਮਿਲਵਰਤਨ ਲਹਿਰ ਅੰਗਰੇਜ਼ ਸਾਮਰਾਜ ਦੇ ਖਿਲਾਫ ਉੱਠੀ ਜੀ, ਉਹਦੇ ਉੱਪਰ ਮੁੱਖ ਸਨ। ਜਦੋਂ ਅਸੀਂ ਅੱਜ ਲਹਿਰ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਉਸ ਲਹਿਰ ਦੇ ਵਿੱਚ ਆਉਣ ਵਾਲੀ ਹਰ ਤਬਦੀਲੀ ਨੂੰ ਜੀ ਕਿਸ ਤਰ੍ਹਾਂ ਵੇਖਦੇ ਆ ਜਾਂ ਕਿਸ ਤਰ੍ਹਾਂ ਵੇਖਣਾ ਬਣਦਾ ਜੀ, ਇਹ ਇੱਕ ਸਬਕ ਸਿੱਖਣ ਵਾਲਾ ਆ। ਜਿਹੜਾ ਅਕਸਰ ਕਿਹਾ ਜਾਂਦਾ ਕਿ ਜਦੋਂ
ਬਾਬਾ ਰਾਮ ਸਿੰਘ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ, ਰੰਗੂਨ ਲਿਆ ਜਾ ਕੇ। ਔਰ ਉਹ ਕਹਿੰਦੇ ਨਾ ਕਿ ਜਦੋਂ ਉਹਨਾਂ ਨੂੰ ਬੇੜੀ ਜਹਾਜ਼ ਦੇ ਵਿੱਚ ਬਿਠਾਇਆ ਗਿਆ ਜੀ, ਤੇ ਜਿਹੜਾ ਉਹਨਾਂ ਦਾ ਗੜਵਈ ਸੀ ਉਹ ਬਾਹਰ ਖੜਾ ਰਹਿ ਗਿਆ ਜੀ। ਉਹਨਾਂ ਕਿਹਾ ਭਲਿਆ ਲੋਕਾਂ ਤੂੰ ਵੀ ਆ ਜਾ। ਕਹਿੰਦਾ ਜੀ ਬਸ ਮੇਰੀ ਜ਼ਿੰਮੇਵਾਰੀ ਇੱਥੋਂ ਤੱਕ ਹੀ ਸੀ ਜੀ ਕਿ ਉਹਨਾਂ ਦੇ ਜਿਹੜਾ ਨਾਲ ਗੜਵਈ ਸੀ ਉਹੀ ਸਰਕਾਰ ਦਾ ਏਜੰਟ ਸੀ। ਸੋ ਇਹ ਘਟਨਾਵਾਂ ਨੇ, ਜਿਹੜੇ ਲੋਕ ਲਹਿਰ ਚਲਾ ਰਹੇ ਨੇ ਉਹਨਾਂ ਨੂੰ ਪੈਰ ਪੈਰ ਤੇ ਫੂਕ ਫੂਕ ਕੇ ਕਦਮ ਰੱਖਣੇ ਪੈਣਗੇ। ਇਹ ਅੱਜ ਸਰ ਛੋਟੂ ਰਾਮ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਇਹ ਉਹ ਕਿਸਾਨ ਪੱਖੀ ਸਿਆਸਤਦਾਨ ਸੀ ਜਿਹਨੇ ਆਪਣਾ ਪੂਰਾ ਤਾ ਉਮਰ ਲਾਤੀ ਇਸ ਕੰਮ ਲਈ। ਅੱਜ ਇੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦਾ ਦਿਨ ਮਨਾਇਆ ਜਾ ਰਿਹਾ। ਕੁਝ ਦੋਸਤ ਮਿੱਤਰ ਬਹੁਤ ਪਿਆਰੇ ਜਿਹੜੇ ਸਾਡੇ ਨਾਲ ਜੁੜਦੇ ਆ, ਜਿਨ੍ਹਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਆ। ਟਰਾਲੀ ਵਾਲੇ ਬਾਬੇ ਸਿੰਘੂ ਬਾਰਡਰ ਤੋਂ, ਇਹਨਾਂ ਨਾਂ ਹੀ ਉਹ ਰੱਖਿਆ, ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ। ਇਹ ਕਹਿੰਦੇ ਆ ਕਿ ਸੰਯੁਕਤ ਕਿਸਾਨ ਮੋਰਚਾ ਸਾਡੀ ਯੋਗ ਅਗਵਾਈ ਕਰ ਰਿਹਾ। ਅਸੀਂ ਸਭ ਕਿਸਾਨ ਬੜੇ ਸ਼ਾਂਤਮਈ ਢੰਗ ਨਾਲ ਅੰਦੋਲਨ 'ਚ ਡਟੇ ਹੋਏ ਆ। ਪੰਜਾਬ ਤੇ ਹਰਿਆਣਾ ਵਾਲੇ ਕਿਸਾਨ ਅਸੀਂ ਪੁਰਾਣੀਆਂ ਸਾਂਝਾਂ ਨੂੰ ਦਿਨ ਰਾਤ ਤਾਜ਼ਾ ਕਰਦੇ ਰਹਿੰਦੇ ਆ। ਇਹ ਬੜੀਆਂ ਅੱਛੀਆਂ ਗੱਲਾਂ ਨੇ। ਔਰ ਇਸੇ ਤਰੀਕੇ ਨਾਲ ਭੁਪਿੰਦਰ ਸੰਧੂ ਵੀ ਸਾਕਾ ਨਨਕਾਣਾ ਸਾਹਿਬ ਦੀ ਗੱਲ ਕਰ ਰਿਹਾ। ਔਰ ਜੇਕਰ ਅਸੀਂ ਇੱਕ ਹੋਰ ਇਸੇ ਤਰ੍ਹਾਂ ਦਾ ਹੀ ਨਾਮ ਆ, ਮੈਂ ਜ਼ਰੂਰ ਕਹੂੰਗਾ, ਇੱਕ ਸਧਾਰਨ ਮੱਧ ਵਰਗੀ ਪਰਿਵਾਰ ਦਾ ਬੱਚਾ। ਇਹ ਨਾਮ ਹੀ ਅੱਜ ਕੱਲ ਬੜੇ ਚੁਣ ਚੁਣ ਕੇ ਲੋਕਾਂ ਨੇ ਰੱਖੇ ਹੋਏ ਆ। ਅਸਲ ਦੇ ਵਿੱਚ ਇਹ ਉਸ ਮਾਨਸਿਕਤਾ ਨੂੰ ਜਿਹੜੀ ਹੈ ਨਾ ਮੁੜ ਉਭਾਰਨ ਦੀ ਇੱਕ ਜੀ ਪ੍ਰਥਾ ਤੁਰੀ ਹੈ ਨਵੀਂ ਜੀ, ਕਿ ਕਿਹੜੇ ਬਾਬੇ? ਸਿੰਘੂ ਵਾਲੇ ਬਾਬੇ। ਹਾਂ, ਅੱਛਾ, ਇੱਕ ਪਸ਼ਮਿੰਦਰ ਕੌਰ ਇਹ ਵੀ ਸਾਡੇ ਨਾਲ ਦੇਰ ਤੋਂ ਜੁੜੇ ਹੋਏ ਆ, ਬੜੇ ਸੋਹਣੀ ਰਾਏ ਰੱਖਦੇ ਆ। ਉਹ ਕਹਿੰਦੇ ਕਿ ਕੌਮ ਨੇ ਸਾਰੀ ਸਿੱਖੀ ਲੰਗਰਾਂ ਨਾਲ ਜੋੜਤੀ, ਪਰ ਸਿੱਖਿਆ ਵੱਲ ਤੇ ਸਿੱਖ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਵੱਲ ਕੋਈ ਧਿਆਨ ਨਹੀਂ ਦਿੱਤਾ। ਇਹ ਕੁਝ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਬਾਰ-ਬਾਰ ਕਰਨ ਨਾਲ ਮੈਨੂੰ ਲੱਗਦਾ ਹੈ ਆਪਣੀ ਤਕਲੀਫ ਅੰਦਰ ਦੀ ਵੱਧਦੀ ਆ। ਬਣਦਾ ਤਾਂ ਇਹ ਸੀ ਕਿ ਸਿਧਾਂਤਕ ਪੱਧਰ ਤੇ ਬਹੁਤ ਬਿਹਤਰ ਲੀਡਰਸ਼ਿਪ ਮਿਲ ਜਾਏ। ਦੂਜੀ ਗੱਲ ਤਾਂ ਆਪਣੇ ਆਪ ਨਾਲ ਤੁਰ ਪੈਂਦੀ ਹੈ। ਜਦੋਂ ਸਿੱਖਾਂ 'ਚ ਲੀਡਰਸ਼ਿਪ ਦੀ ਗੱਲ ਆਉਂਦੀ ਆ, ਕਈ ਘਾਟਾਂ ਕਈ ਕਮੀਆਂ ਆ ਜਾਂਦੀਆਂ ਨੇ। ਸੋ ਬਹੁਤ ਸਾਰੇ ਦੋਸਤ ਮਿੱਤਰ ਹੋਰ ਵੀ, ਮੈਂ ਉਹਨਾਂ ਸਾਰਿਆਂ ਤੋਂ ਮਾਫੀ ਮੰਗ ਲਵਾਂ। ਮਾਫੀ ਇੱਕ ਬੜਾ ਕਾਮਨ ਸ਼ਬਦ ਹੈ, ਲੇਕਿਨ ਇਹਨੂੰ ਤੁਸੀਂ ਮਨ ਤੋਂ ਜੋ ਅਸੀਂ ਫੀਲ ਕਰਦੇ ਹਾਂ ਤੁਹਾਨੂੰ ਲੈ ਕੇ, ਤੁਹਾਡੇ ਇੱਕ ਲਿਖੇ ਲਫ਼ਜ਼ ਨੂੰ ਲੈ ਕੇ ਉਵੇਂ ਹੀ ਲਿਆ ਜੇ। ਇਹ ਮਾਫੀ ਉਹ ਨਹੀਂ ਗੀ। ਤੁਹਾਡੀ ਹਾਜ਼ਰੀ ਸਾਡੀ ਸਰਪ੍ਰਸਤੀ ਹੈ, ਤੁਹਾਡੀ ਹਾਜ਼ਰੀ ਸਾਡੀ ਤਾਕਤ ਹੈ। ਤੁਹਾਡਾ ਨਾਲ ਜੁੜਨਾ ਸਾਨੂੰ ਬੋਲਣ ਲਈ ਉਕਸਾਉਂਦਾ ਹੈ ਤੇ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਦਾ ਦਿਲ ਨਾ ਦੁਖੇ। ਲੇਕਿਨ ਫਿਰ ਵੀ ਜੇ ਕਿਸੇ ਦੇ ਮਨ ਤੇ ਅਸਰ ਹੋਵੇ ਤੇ ਉਹ ਫਿਰ ਮਾਫੀ ਵਾਲੇ ਸ਼ਬਦ ਸਾਡੇ ਨਜ਼ਰੀਓਂ ਆਪਣੇ ਮਨ 'ਚ ਜ਼ਰੂਰ ਵਸਾ ਲੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।